पंकज बंदन पाद पंकज बंदन सिमरो अंगद दुख निकंदना। अमरदास गुर हृदय त्यामो, हृदय त्यामो। श्री गुरु रामदास गुण गावो। श्री अर्जन विघ्नन के नासक, विघ्नन के नासक। श्री हर गोविंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाए बहोरी। तेग बहादुर परम कृपाला, सतगुर परम कृपाला। श्री गुरु गोविंद सिंह विशाला। तारों तारा पर पुन पुन सी, साजी पुन पुन सीसा। बंदों बार बार जगदीसा। बुरी होन सो भली परखी, जिम होए भली बुरी सो देखी। तुम जानो जिन जिन जन जाना, लिखो विदावा करो पयाना। वाहिगुरु जी का खालसा, वाहिगुरु जी की फतेह। पतित पावन सतगुरु गरीब नवाज गुरु ग्रंथ साहिब जियां दी पवित्र पावन हजूरी दा आनंद मान रही गुरु की संगत। गुरु गोबिंद सिंह महाराज साहब जी दे जीवन का इतिहास आपां सरवण कर रहे हाँ। आनंदपुर साहब के किले नूं पिछले 7 महीनों तो बड़ा भारी घेरा मुगलों की फौज और पहाड़ी राजियां ने पाया होया। इन्हां पहाड़ी राजियां दे वजीर वार वार आके सतगुरां नूं परिवार नूं ਸਿੰਘਾਂ नूं कहिंदे भी आप आनंदपुर दा किला छड्ड देवो। असीं कसम खा के गल आखदे हाँ तुहाडे ते हमला नहीं करांगे। सिखां ने आके महाराज जी नूं आखिया, सतगुरु कहन लगे भाई सिखो 20 दिन रुक जाओ, 20 दिनां विच घेरा चुकिया जाएगा ते फिर तुहानूं इत्थे बैठिया ही सुख मिल जाएगा। महाराज साहब जियां दे सिख कहन लगे पातशाह 20 दिन नहीं रुक सकते हाँ। अखीर ते महाराज जियां ने बचन किया कि 7 दिन जिवें भी हो सकता है इस किले दे अंदर कट लवो। किले विच कुछ नहीं होवेगा, पर जे किला छड्ड के बाहर जाण दी गल करोगे तो 7 दिनां विच कोई बचेगा नहीं।
ਇਹ ਬਚਨ ਸਤਿਗੁਰਾਂ ਨੇ ਸਿੱਖਾਂ ਦੇ ਨਾਲ ਕੀਤੇ। ਅੱਗੇ ਜਿਵੇਂ ਮਹਾਰਾਜ ਸਾਹਿਬ ਜੀ ਦੇ ਕੋਲ ਮਾਤਾ ਗੁਜਰੀ ਜੀ ਆ ਗਏ ਨੇ, ਕਹਿਣ ਲੱਗੇ ਪੁੱਤਰ ਵੇਖੋ ਐਸੀ ਵਿਪਤਾ ਬਣੀ ਹੈ, ਪਰਿਵਾਰ ਤੇ ਸਿੱਖਾਂ ਦੇ ਉੱਪਰ ਸੰਕਟ ਬਣਿਆ ਹੈ, ਕਿਲਾ ਛੱਡ ਕੇ ਚੱਲੀਏ। ਸਤਿਗੁਰੂ ਕੀ ਉੱਤਰ ਦੇਣ ਲੱਗੇ, ਅੱਜ ਇਤਿਹਾਸ ਸਰਵਣ ਕਰਾਂਗੇ, ਆਪਣੇ ਮਨ ਨੂੰ ਟਿਕਾ ਲਈਏ ਗੁਰੂ ਚਰਨਾਂ ਦੇ ਅੰਦਰ, ਭਾਵਨਾ ਦੇ ਨਾਲ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਸੁਨ ਮਾਤਾ ਕੋ ਪੁਨ ਸਮਝਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਜਦੋਂ ਮਾਤਾ ਗੁਜਰੀ ਜੀ ਨੇ ਆਖਿਆ ਨਾ, ਸਤਿਗੁਰੂ ਪਾਤਸ਼ਾਹ ਜੀ ਕਿ ਸਿੱਖ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਨੇ, ਰਾਸ਼ਨ ਪ੍ਰਸ਼ਾਦਾ ਨਹੀਂ ਮਿਲਦਾ ਛਕਣ ਵਾਸਤੇ, ਦੁਸ਼ਮਣ ਕਿਲੇ ਦੇ ਅੰਦਰ ਆ ਜਾਵੇਗਾ, ਅੰਦਰਲੇ ਸਾਰੇ ਸਿੱਖਾਂ ਨੂੰ ਮਾਰ ਦੇਵੇਗਾ। ਜਿਹੜੀਆਂ ਔਰਤਾਂ ਨੇ ਕਿਲੇ ਦੇ ਵਿੱਚ, ਉਹਨਾਂ ਨੂੰ ਆਪੇ ਹੀ ਆਪ ਨੂੰ ਕਟਾਰ ਮਾਰ ਕੇ ਮਰਨਾ ਪਵੇਗਾ ਆਪਣੀ ਇੱਜ਼ਤ ਬਚਾਉਣ ਵਾਸਤੇ। ਇਸ ਕਰਕੇ ਐਡਾ ਭਾਰੀ ਕਤਲੇਆਮ ਇਸ ਕਿਲੇ ਵਿੱਚ ਹੋਣਾ ਹੈ, ਆਪਾਂ ਕਿਲਾ ਛੱਡ ਕੇ ਚੱਲੀਏ। ਤੇ ਮਹਾਰਾਜ ਸੁਣ ਕੇ ਫਿਰ ਮਾਤਾ ਜੀ ਨੂੰ ਸਮਝਾਉਣ ਲੱਗੇ ਹਨ। ਭੇਦਨਾ ਦੁਸ਼ਟਨ ਕੋ ਤੁਮ ਪਾਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਸਾਹਿਬ ਜੀ ਤੁਸੀਂ ਇਹਨਾਂ ਦਾ ਭੇਦ ਪਾਇਆ ਹੀ ਨਹੀਂ ਹੈ, ਨਾ ਮੁਗਲਾਂ ਦਾ ਨਾ ਪਹਾੜੀ ਰਾਜਿਆਂ ਦਾ, ਕਿ ਇਹਨਾਂ ਦਾ ਤੁਸੀਂ ਭੇਦ ਨਹੀਂ ਜਾਣਦੇ ਵੀ ਇਹਨਾਂ ਦੇ ਮੂੰਹ ਵਿੱਚ ਕੁਝ ਹੋਰ ਹੈ ਅਤੇ ਮਨ ਦੇ ਵਿੱਚ ਇਹਨਾਂ ਦੇ ਕੁਝ ਹੋਰ ਹੈ। ਪ੍ਰਥਮ ਦਿਖਾਏ ਨਾ ਭਈ ਪ੍ਰਤੀਤ। ਫਿਰ ਸਤਿਗੁਰਾਂ ਨੇ ਦੂਜਾ ਬਚਨ ਕੀਤਾ, ਕਹਿਣ ਲੱਗੇ ਤੁਹਾਨੂੰ ਅੱਖੀਂ ਵਿਖਾ ਦਿੱਤਾ। ਇੱਕ ਤਾਂ ਹੁੰਦਾ ਵੀ ਵੇਖਿਆ ਨਾ ਹੋਵੇ, ਕੱਲਾ ਸੁਣਿਆ ਹੀ ਹੈ, ਪਰ ਤੁਹਾਨੂੰ ਵਿਖਾ ਦਿੱਤਾ ਹੈ ਕਿ ਅਸੀਂ 5000 ਬੈਲ ਮੰਗਵਾਇਆ ਸੀ ਇਹਨਾਂ ਦੇ ਕੋਲੋਂ। ਉਹਨਾਂ ਬੈਲਾਂ ਦੇ ਉੱਪਰ ਪੰਡਾਂ ਬੰਨ੍ਹ ਕੇ, ਬੋਰੀਆਂ ਲਿੱਦ ਦੀਆਂ, ਘੋੜਿਆਂ ਦੀਆਂ ਟੁੱਟੇ ਛਿੱਤਰ ਹੱਡ ਵਗੈਰਾ ਬੰਨ੍ਹ ਕੇ ਆਖਿਆ ਸਾਡਾ ਖਜ਼ਾਨਾ ਜਾਂਦਾ ਪਿਆ, ਪਰ ਇਹਨਾਂ ਨੇ ਕਸਮਾਂ ਖਾਣ ਤੋਂ ਮਗਰੋਂ ਵੀ ਉਸ ਨੂੰ ਲੁੱਟ ਲਿਆ। ਭਾਵੇਂ ਕਿ ਉਹਦੇ ਵਿੱਚੋਂ ਮਿਲਿਆ ਕੁਝ ਨਹੀਂ ਹੈ, ਪਰ ਇਹਨਾਂ ਨੇ ਵਾਅਦਾ ਤੇ ਨਹੀਂ ਨਾ ਪੂਰਾ ਨਿਭਾਇਆ। ਇਹ ਸਭ ਕੁਝ ਤੁਹਾਨੂੰ ਦਿਖਾ ਦਿੱਤਾ ਹੈ, ਪਰ ਫਿਰ ਵੀ ਤੁਹਾਨੂੰ ਯਕੀਨ ਨਹੀਂ ਆਉਂਦਾ ਹੈ। ਜਨ ਪਰ ਧਰੋ ਭਰੋਸਾ ਚੀਤ। ਇਸ ਕਰਕੇ ਮਹਾਰਾਜ ਕਹਿਣ ਲੱਗੇ ਤੁਸੀਂ ਵੇਖ ਵੀ ਲਿਆ, ਅਜੇ ਵੀ ਤੁਹਾਨੂੰ ਭਰੋਸਾ ਹੈ। ਇੱਕ ਤੇ ਗੱਲ ਸੁਣੀ ਹੈ, ਇੱਕ ਗੱਲ ਕਹੀ ਹੈ, ਇੱਕ ਵਿਖਾ ਦਿੱਤੀ ਅੱਖਾਂ ਦੇ ਨਾਲ। ਤੁਸੀਂ ਵੇਖ ਵੀ ਲਿਆ ਹੈ ਕਿ ਲੋਕ ਕਸਮਾਂ ਖਾ ਕੇ ਭੁੱਲ ਗਏ, ਹੁਣ ਆਖਦੇ ਨੇ ਵੀ ਉਹ ਖਜ਼ਾਨਾ ਚੋਰਾਂ ਨੇ ਲੁੱਟਿਆ ਸੀ, ਅਸੀਂ ਤੇ ਲੁੱਟਿਆ ਨਹੀਂ। ਮਾਤਾ ਜੀ ਸਭ ਕੁਝ ਵੇਖਣ ਤੋਂ ਮਗਰੋਂ ਵੀ ਤੁਸੀਂ ਉਹਨਾਂ ਦੇ ਉੱਪਰ ਯਕੀਨ ਕਰਦੇ ਹੋ। ਜਿਸ ਕੁਟੰਬ ਕੋ ਚਾਹੇ ਬਚਾਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਤੁਸੀਂ ਵਾਰ-ਵਾਰ ਕਿਲਾ ਛੱਡ ਕੇ ਜਾਣ ਵਾਸਤੇ ਤਾਂ ਕਹਿੰਦੇ ਪਏ ਹੋ ਵੀ ਪਰਿਵਾਰ ਬਚਾਉਣਾ ਚਾਹੁੰਦੇ ਹੋ, ਪੋਤਰਿਆਂ ਨੂੰ ਬਚਾਉਣਾ ਚਾਹੁੰਦੇ ਹੋ, ਇਸੇ ਤਰ੍ਹਾਂ ਸਿੱਖਾਂ ਨੂੰ ਬਚਾਉਣਾ ਚਾਹੁੰਦੇ ਹੋ। ਜਿਸ ਪਰਿਵਾਰ ਨੂੰ, ਜਿਨ੍ਹਾਂ ਸਿੱਖਾਂ ਨੂੰ ਤੁਸੀਂ ਕਿਲੇ ਤੋਂ ਬਾਹਰ ਜਾ ਕੇ ਬਚਾਉਣ ਦਾ ਸੋਚਦੇ ਪਏ ਹੋ, ਕਿ ਸ਼ਤਰੂ ਸ਼ੋਰੈ ਮਿਲ ਜਾਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਸੀਂ ਆਪਣੇ ਮਨ ਦੇ ਵਿੱਚ ਇਹ ਸੋਚੋ ਵੀ ਦੁਸ਼ਮਣ ਛੱਡੇਗਾ ਕਿਵੇਂ। ਜਿਹੜੇ ਤੁਹਾਨੂੰ ਕਿਲੇ ਵਿੱਚ ਨਹੀਂ ਛੱਡਦੇ ਪਏ, ਘੇਰ ਕੇ ਬੈਠੇ ਨੇ, ਭੁੱਖੇ ਮਰਨ ਵਾਸਤੇ ਮਜਬੂਰ ਕਰਦੇ ਪਏ, ਜਦੋਂ ਕਿਲੇ ਤੋਂ ਬਾਹਰ ਨਿਕਲ ਕੇ ਉਹਨਾਂ ਦੇ ਵਿੱਚ ਚਲੇ ਜਾਓਗੇ ਫਿਰ ਤੁਹਾਨੂੰ ਉਹ ਕਿਵੇਂ ਛੱਡ ਦੇਣਗੇ। ਉਹਨਾਂ ਨੇ ਬਾਹਰ ਵੀ ਤੁਹਾਨੂੰ ਛੱਡਣਾ ਨਹੀਂ ਹੈ। ਬੁਰੀ ਹੋਣ ਸੋ ਭਲੀ ਪਰੇਖੀ। ਜਿਹੜੀ ਗੱਲ ਬੁਰੀ ਹੋਣੀ ਹੈ, ਸਾਨੂੰ ਪਤਾ ਹੈ ਕਿ ਬਾਹਰ ਜਾ ਕੇ ਬੁਰਾ ਹੋਣਾ ਹੈ, ਮਾੜਾ ਹੋਣਾ ਹੈ। ਤੁਹਾਨੂੰ ਲੱਗਦਾ ਵੀ ਸ਼ਾਇਦ ਬਾਹਰ ਜਾ ਕੇ ਚੰਗਾ ਹੋਵੇਗਾ, ਪਰ ਅਸੀਂ ਜਾਣਦੇ ਹਾਂ ਵੀ ਬਾਹਰ ਨੁਕਸਾਨ ਹੋਵੇਗਾ, ਦੁੱਖ ਹੋਵੇਗਾ, ਸੰਕਟ ਹੋਵੇਗਾ। ਬਾਹਰ ਬੁਰਾ ਹੋਣਾ ਹੈ, ਚੰਗਾ ਨਹੀਂ ਹੋਣਾ, ਪਰ ਤੁਹਾਨੂੰ ਲੱਗਦਾ ਵੀ ਸ਼ਾਇਦ ਬਾਹਰ ਬਹੁਤ ਭਾਰੀ ਚੰਗਾ ਹੋਵੇਗਾ। ਜਿਮ ਹੋਏ ਭਲੀ ਬੁਰੀ ਸੋ ਦੇਖੀ। ਜਿਸ ਗੱਲ ਨੂੰ ਤੁਸੀਂ ਭਲੀ ਸਮਝਦੇ ਪਏ ਹੋ ਨਾ ਵੀ ਬਾਹਰ ਜਾ ਕੇ ਪ੍ਰਸ਼ਾਦਾ ਵੀ ਮਿਲ ਜਾਏਗਾ, ਬਾਹਰ ਜਾ ਕੇ ਸਾਰੇ ਸੁੱਖ ਮਿਲ ਜਾਣਗੇ, ਜਿਸ ਬਾਹਰ ਜਾਣ ਦਾ ਤੁਸੀਂ ਸੁੱਖ ਕਹਿ ਰਹੇ ਹੋ, ਪਾਤਸ਼ਾਹ ਕਹਿਣ ਲੱਗੇ ਭਾਈ ਬਾਹਰ ਜਾ ਕੇ ਉਹ ਗੱਲ ਦੁੱਖ ਰੂਪ ਹੋਣੀ ਹੈ। ਜਿਸ ਗੱਲ ਦਾ ਤੁਹਾਨੂੰ ਨਹੀਂ ਪਤਾ ਹੈ, ਉਸ ਗੱਲ ਦਾ ਸਾਨੂੰ ਪਤਾ ਹੈ। ਤੁਸੀਂ ਬਾਹਰ ਜਾਣ ਨੂੰ ਚੰਗਾ ਸਮਝਦੇ ਪਏ ਹੋ, ਅਸੀਂ ਤੁਹਾਨੂੰ ਦੱਸਦੇ ਪਏ ਹਾਂ ਕਿ ਬਾਹਰ ਜਾ ਕੇ ਦੁੱਖ ਹੋਣਾ ਹੈ। ਤੁਸੀਂ ਕਿਲੇ ਵਿੱਚ ਰਹਿਣ ਨੂੰ ਦੁੱਖ ਸਮਝਦੇ ਪਏ ਹੋ, ਅਸੀਂ ਤੁਹਾਨੂੰ ਆਖਦੇ ਪਏ ਹਾਂ ਇੱਥੇ ਰਹਿਣਾ ਭਲਾ ਹੈ। ਤੁਸੀਂ ਜੋ ਹੋਣੀ ਹੈ ਉਸ ਨੂੰ ਤੁਸੀਂ ਜਾਣਦੇ ਨਹੀਂ ਹੋ। ਤੁਮ ਜਾਨੋ ਜਿਨ ਜਿਨ ਜਨ ਜਾਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਵੀ ਜਿੰਨੇ ਜਾਣਾ ਹੈ ਨਾ ਭਾਈ, ਜੋ ਆਖਦਾ ਵੀ ਮੈਂ ਰਹਿ ਹੀ ਨਹੀਂ ਸਕਦਾ, ਤੁਸੀਂ ਜਾਣੋ ਜਿਸ ਜਿਸ ਨੇ ਜਾਣਾ ਹੈ। ਮਾਤਾ ਜੀ ਨੂੰ ਸਤਿਗੁਰਾਂ ਨੇ ਕਹਿ ਦਿੱਤਾ ਕਿ ਜਿੰਨੇ ਜਾਣਾ ਹੈ ਨਾ ਕਿਲਾ ਛੱਡ ਕੇ, ਮਾਤਾ ਜੀ ਇਹ ਤੁਸੀਂ ਜਾਣੋ ਜਾਂ ਸਿੱਖ ਜਾਣ। ਜਿਨ੍ਹਾਂ ਨੇ ਜਾਣਾ ਹੈ
ਉਹ ਆਪਣੀ ਮਰਜ਼ੀ ਕਰਨਾ ਕਰੋ। ਲਿਖੋ ਵਿਦਾਵਾ ਕਰੋ ਤੇ ਪਿਆਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਸਾਨੂੰ ਇਹ ਬਚਨ ਕਹਿ ਦਿਓ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਸੀਂ ਰਹਿ ਨਹੀਂ ਸਕਦੇ। ਇਹ ਬਚਨ ਕਹਿ ਕੇ ਤੇ ਤੁਸੀਂ ਫਿਰ ਇੱਥੋਂ ਚਲੇ ਜਾਣਾ ਕਰੋ। ਸਭ ਜਾਣੈ ਗੁਰ ਰਹੇ ਹਟਾਏ। ਸੋ ਉਸ ਵੇਲੇ ਸਭ ਜਾਣੈ, ਜਦੋਂ ਤੁਹਾਡੇ ਤੇ ਬਿਪਤਾ ਪਵੇਗੀ ਨਾ, ਸੰਕਟ ਪਵੇਗਾ, ਤੁਸੀਂ ਦੁਸ਼ਮਣ ਦੇ ਘੇਰੇ ਵਿੱਚ ਜਦੋਂ ਆ ਜਾਓਗੇ ਨਾ, ਉਦੋਂ ਤੁਸੀਂ ਜਾਣੋਗੇ ਵੀ ਪਾਤਸ਼ਾਹ ਸਾਨੂੰ ਰੋਕਦੇ ਪਏ ਸਨ, ਪਰ ਅਸੀਂ ਗੁਰੂ ਮਹਾਰਾਜ ਦੇ ਕਹਿਣ ਦੇ ਉੱਪਰ ਰੁਕੇ ਨੇ। ਸੋ ਗੁਰੂ ਮਹਾਰਾਜ ਨੇ ਆਖਿਆ ਸੀ ਕਿਲੇ ਵਿੱਚ ਰਹੋਗੇ ਤੇ ਇੱਥੇ ਸਭ ਕੁਝ ਹੋ ਜਾਏਗਾ, ਬਾਹਰ ਨਿਕਲੋਗੇ ਬਿਪਤਾ ਪਵੇਗੀ, ਪਰ ਜਦੋਂ ਤੁਸੀਂ ਕਿਲੇ ਤੋਂ ਬਾਹਰ ਜਾ ਕੇ ਬਿਪਤਾ ਵਿੱਚ ਘੇਰੇ ਜਾਓਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਗੁਰੂ ਪਾਤਸ਼ਾਹ ਨੇ ਠੀਕ ਆਖਿਆ ਹੈ। ਨਹਿ ਬਚ ਮਾਨੇ ਮਰੇ ਸੁਜਾਏ। ਜਿਹੜੇ ਸਾਡੇ ਬਚਨ ਨਹੀਂ ਮੰਨਣਗੇ ਉਹਨਾਂ ਨੇ ਜਿਉਂਦੇ ਵੀ ਨਹੀਂ ਰਹਿਣਾ। ਇਹ ਬਚਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ, ਜਿਹੜੇ ਬਚਨ ਮੰਨ ਕੇ ਕਿਲੇ ਦੇ ਵਿੱਚ ਨਹੀਂ ਰਹਿਣਗੇ ਔਰ ਕਿਲੇ ਨੂੰ ਛੱਡ ਕੇ ਜਾਣਾ ਚਾਹੁੰਦੇ, ਪਾਤਸ਼ਾਹ ਕਹਿਣ ਲੱਗੇ ਉਹਨਾਂ ਦੀ ਜ਼ਿੰਦਗੀ ਵੀ ਨਹੀਂ ਰਹਿਣੀ ਹੈ। ਇਹ ਬਚਨ ਮਹਾਰਾਜ ਜੀ ਨੇ ਆਖਿਆ ਹੈ। ਅਸ ਹਟ ਕੇ ਬਚ ਸੁਣ ਕਰ ਸਾਰੇ। ਸਤਿਗੁਰਾਂ ਨੇ ਫਿਰ ਉਸ ਵੇਲੇ ਇਹ ਬਚਨ ਕੀਤਾ, ਕਹਿਣ ਲੱਗੇ ਭਾਈ ਜਿਹੜੇ ਬਾਹਰ ਜਾਣਾ ਚਾਹੁੰਦੇ ਚਲੇ ਜਾਓ, ਪਰ ਇੱਕ ਬਚਨ ਚੇਤੇ ਰੱਖਿਓ, ਬਾਹਰ ਜਾ ਕੇ ਜਿਨ੍ਹਾਂ ਸਿੱਖਾਂ ਦਾ ਨੁਕਸਾਨ ਹੋਵੇਗਾ, ਜਿਨ੍ਹਾਂ ਸਿੱਖਾਂ ਦੀਆਂ ਸ਼ਹੀਦੀਆਂ ਹੋਣਗੀਆਂ, ਜਿਹੜੇ ਸਿੱਖ ਬਿਪਤਾ ਵਿੱਚ ਪੈ ਜਾਣਗੇ, ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਬਚਨ ਦੱਸਦੇ ਹਾਂ, ਉਹਨਾਂ ਦੇ ਦੁੱਖ ਦੇ, ਉਹਨਾਂ ਦੀ ਮੁਸੀਬਤ ਦੇ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਸੋ ਇਹ ਬਚਨ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਜਿਹੜੀ ਭੁੱਲ ਤੁਸੀਂ ਕਰਦੇ ਪਏ ਹੋ, ਇਹ ਆਪਣੀ ਭੁੱਲ ਦੇ ਜ਼ਿੰਮੇਵਾਰ ਵੀ ਤੁਸੀਂ ਆਪ ਹੀ ਹੋਵੋਗੇ। ਇਸ ਬਚਨ ਨੂੰ ਆਪਣੇ ਮਨ ਵਿੱਚ ਰੱਖਣਾ ਕਰੋ। ਬੇਬਲ ਚਿੰਤਤ ਖਰੇ ਦੁਖਾਰੇ। ਸਤਿਗੁਰੂ ਪਾਤਸ਼ਾਹ ਦੇ ਬਚਨ ਸੁਣੇ, ਮਹਾਰਾਜ ਨੇ ਦੋ ਟੁਕ ਜਵਾਬ ਦਿੱਤਾ ਵੀ ਅਸੀਂ ਕਿਲਾ ਛੱਡ ਕੇ ਨਹੀਂ ਜਾਣਾ ਹੈ। ਕਿਲੇ ਦੇ ਵਿੱਚ ਅਸੀਂ ਬੈਠੇ ਹਾਂ ਸੁਰੱਖਿਅਤ, ਕਿਲਾ ਛੱਡਾਂਗੇ ਤੇ ਬਾਹਰ ਬਿਪਤਾ ਪੈਣੀ, ਅਸੀਂ ਜਾਣਦੇ ਹਾਂ, ਅਸੀਂ ਕਿਲਾ ਨਹੀਂ ਛੱਡਣਾ ਹੈ। ਪਰ ਜਿਹੜੇ ਸਿੱਖ ਛੱਡਣ ਦੀ ਗੱਲ ਕਰਦੇ ਪਏ, ਜਾਓ ਭਾਈ ਚਲੇ ਜਾਓ, ਤੁਹਾਡੀ ਮਰਜ਼ੀ ਹੈ, ਪਰ ਬਾਹਰ ਜਦੋਂ ਬਿਪਤਾ ਪੈਗੀ ਨਾ, ਸੰਕਟ ਪੈਗਾ, ਉਹਦੇ ਫਿਰ ਜ਼ਿੰਮੇਵਾਰ ਅਸੀਂ ਨਹੀਂ ਹੋਵਾਂਗੇ। ਸਾਨੂੰ ਨਾ ਕੋਈ ਕੱਲ ਨੂੰ ਕਵੇ ਕਿ ਮਹਾਰਾਜ ਸਿੱਖ ਐਸੇ ਮੁਸੀਬਤ ਵਿੱਚ ਫਸ ਗਏ, ਨਹੀਂ, ਫਿਰ ਉਹ ਗੱਲ ਅਸੀਂ ਨਹੀਂ ਕਰਨੀ ਹੈ। ਉਤਰ ਜੁਗਮ ਥੋਰੀ ਬੈ ਬਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਪੋਤਰੇ ਨੇ, ਦੋ ਮਹਾਰਾਜ ਸਾਹਿਬ ਜੀਆਂ ਦੇ ਛੋਟੇ ਪੁੱਤਰ, ਮਾਤਾ ਗੁਜਰੀ ਜੀਆਂ ਦੇ ਪੋਤਰੇ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਉਹਨਾਂ ਦੀ ਉਮਰਾਂ ਬੜੀ ਥੋੜੀ ਹੈ, 7 ਤੇ 9 ਸਾਲ ਦੀ ਕੇਵਲ ਉਮਰਾਂ ਦੇ ਇਹ ਛੋਟੇ ਬਾਲਕ ਹਨ। ਸ਼੍ਰੀ ਗੁਜਰੀ ਚਿਤ ਕੋ ਅਤ ਪਿਆਰੇ। ਪਰ ਮਾਤਾ ਗੁਜਰੀ ਜੀਆਂ ਨੂੰ ਸਿਆਣੇ ਕਹਿੰਦੇ ਨਾ, ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ। ਇਸ ਵੇਲੇ ਪੁੱਤਰ ਦੇ ਨਾਲੋਂ ਪੋਤਰੇ ਜ਼ਿਆਦਾ ਪਿਆਰੇ, ਮਾਤਾ ਜੀ ਬਹੁਤਾ ਲਾਡ ਕਰਦੇ। ਔਰ ਦੋਨਾਂ ਸਾਹਿਬਜ਼ਾਦਿਆਂ ਦੀ ਉਮਰਾਂ ਵੀ ਛੋਟੀ ਹੈ। ਮਾਤਾ ਗੁਜਰੀ ਜੀਆਂ ਦੀ ਗੋਦੀ ਵਿੱਚ ਹੀ ਖੇਡਦੇ, ਮਾਤਾ ਗੁਜਰੀ ਜੀ ਉਹਨਾਂ ਨੂੰ ਪਾਲਦੇ, ਤੇ ਮਾਤਾ ਜੀ ਨੂੰ ਆਪਣੇ ਪੋਤਰੇ ਬੜੇ ਪਿਆਰੇ ਨੇ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ। ਇਹ ਭਾਵੇਂ ਦੋਨੇ ਵੱਡੇ ਸਨ, ਕਈ ਤਰ੍ਹਾਂ ਦੇ ਕੰਮਕਾਜ ਗੁਰੂ ਘਰ ਦੇ ਕਰਦੇ। ਬਾਬਾ ਅਜੀਤ ਸਿੰਘ ਨੇ ਤੇ ਕਈ ਜੰਗਾਂ ਦੇ ਵਿੱਚ ਹਿੱਸਾ ਵੀ ਲਿਆ ਕਈ ਵਾਰ, ਪਰ ਛੋਟੇ ਪੋਤਰੇ ਜਿਹੜੇ ਨੇ ਉਹ ਮਾਤਾ ਜੀ ਦੇ ਕੋਲ ਹੀ ਰਹਿੰਦੇ, ਇਸ ਕਰਕੇ ਮਾਤਾ ਜੀ ਉਹਨਾਂ ਨੂੰ ਬੜਾ ਪਿਆਰ ਕਰਦੇ ਹਨ। ਨਿਸ਼ਚੈ ਕਰਤ ਸੰਗ ਇਨ ਲੈ ਕੇ। ਉਸ ਵੇਲੇ ਮਾਤਾ ਜੀ ਵਿਚਾਰ ਕਰਦੇ ਪਏ ਵੀ ਚਲੋ ਜੇ ਸਤਿਗੁਰੂ ਨਹੀਂ ਨਾ ਜਾਂਦੇ, ਜੇ ਹੋਰ ਕੋਈ ਜਾਣ ਵਾਸਤੇ ਤਿਆਰ ਨਹੀਂ, ਕਿਉਂ ਨਾ ਹੋਵੇ ਮੈਂ ਆਪਣੇ ਦੋਨੇ ਛੋਟੇ ਪੋਤਰੇ ਲੈ ਕੇ ਹੀ ਚਲੀ ਜਾਵਾਂ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਵੀ ਮੈਂ ਇਹਨਾਂ ਦੋਵਾਂ ਨੂੰ ਲੈ ਕੇ ਚਲੀ ਜਾਵਾਂ। ਅੱਗੇ ਨਾ ਰਵੇਗਾ ਦੁਨੀਆ ਤੇ ਸਾਡੀ ਕੁੱਲ ਰਵੇਗੀ, ਇਹਨਾਂ ਦੋਨਾਂ ਨੂੰ ਲੈ ਕੇ ਮੈਂ ਚਲੀ ਜਾਣਾ ਕਰੋ ਬਚਾਵਨ ਪੁਰਨ ਇਕਸੈ ਕੈ। ਤੇ ਇਹਨਾਂ ਨੂੰ ਫਿਰ ਲੈ ਕੇ ਨਾਲ ਤੇ ਆਪਣਾ ਬਚਾਅ ਕਰ ਲਵਾਂ। ਚਲੋ ਪਰਿਵਾਰ ਦੇ ਵਿੱਚੋਂ ਹੋ ਸਕਦਾ ਵੀ ਕੱਲ ਨੂੰ ਜੰਗ ਨਾ ਵੀ ਹੋਵੇ, ਹੋ ਸਕਦਾ ਹੋ ਵੀ ਜਾਵੇ, ਕਿਵੇਂ ਦਾ ਵੀ ਸਮਾਂ ਆਵੇਗਾ, ਜੇ ਦੋ ਪੁੱਤਰੇ ਮੈਂ ਨਾਲ ਲੈ ਕੇ ਜਾਂਦੀ ਹਾਂ, ਦੁਨੀਆ ਦੇ ਵਿੱਚ ਨਾਮ ਰਵੇਗਾ ਔਰ ਇਹਨਾਂ ਦੀ ਜਾਨ ਦੀ ਮੈਂ ਰਾਖੀ ਕਰ ਲਵਾਂਗੀ। ਇਸ ਤਰ੍ਹਾਂ ਮਨ ਵਿੱਚ ਸੋਚਦੇ ਹਾਂ। ਭਇਓ ਕਸ਼ਟ ਚਿਤ ਕਹਿਓ ਨਾ ਜਾਏ। ਸੋ ਉਸ ਵੇਲੇ ਹੈ ਤੇ ਬੜਾ ਦੁੱਖ ਭਾਈ, ਪੁੱਤਰ ਨੂੰ ਛੱਡ ਕੇ ਜਾਣਾ ਵੀ ਕਿਹੜਾ ਸੌਖਾ ਹੈ। ਭਾਵੇਂ ਕਿ ਪੋਤਰੇ ਪਿਆਰੇ ਨੇ, ਪਰ ਪੁੱਤਰ ਦੇ ਨਾਲ ਵੀ ਤੇ ਪਿਆਰ ਹੈ ਨਾ। ਆਨੰਦ ਕਾਰਜ ਤੋਂ ਮਗਰੋਂ ਕਈ ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜਨਮ ਹੋਇਆ ਹੈ, ਤੇ ਮਾਤਾ ਗੁਜਰੀ ਜੀ ਆਪਣੇ ਪੁੱਤਰ ਨੂੰ ਵੀ ਡਾਢਾ ਸਨੇਹ ਕਰਦੇ, ਬਹੁਤਾ ਪਿਆਰ ਕਰਦੇ। ਹੁਣ ਚਿੱਤ ਵਿੱਚੋਂ ਕਿਹਾ ਨਹੀਂ ਜਾਂਦਾ ਕਿ ਜੇ ਪੁੱਤਰ ਦੀ ਤੁਸੀਂ ਰਹਿਣਾ ਤੇ ਰਹੋ, ਅਸੀਂ ਤੇ ਚੱਲੇ ਆ। ਇਹ ਵੀ ਗੱਲ ਕਹਿਣੀ ਕੋਈ ਸੌਖੀ ਨਹੀਂ ਹੈ। ਮਾਤਾ ਜੀ ਚਾਹੁੰਦੇ ਤੇ ਹੈਨ ਕਿਲਾ ਛੱਡ ਕੇ ਪੋਤਰਿਆਂ ਨੂੰ ਨਾਲ ਲੈ ਕੇ ਜਾਣਾ, ਪਰ ਇੰਨੀ ਗੱਲ ਕਹਿਣ ਵਾਸਤੇ ਵੀ ਬੜਾ ਵੱਡਾ
ਉਸ ਵੇਲੇ ਇਹ ਬਚਨ ਕਹਿਣਾ ਬੜਾ ਔਖਾ ਹੈ। ਬੈਠੀ ਬਹੁਰ ਜਾਏ ਨਿਜ ਥਾਏ। ਉਸ ਵੇਲੇ ਮਾਤਾ ਜੀ ਨੇ ਕੁਝ ਨਹੀਂ ਆਖਿਆ, ਚੁੱਪ ਕਰਕੇ ਆਪਣੇ ਥਾਂ ਆਪਣੇ ਘਰ ਵਿੱਚ ਜਾ ਕੇ ਬੈਠ ਗਿਆ ਵੀ ਹੁਣ ਕੀ ਕਰੀਏ। ਜੇ ਪੁੱਤਰ ਨੂੰ ਛੱਡ ਕੇ ਜਾਂਦੀ ਆ ਤੇ ਤਾਂ ਵੀ ਗੱਲ ਨਹੀਂ ਠੀਕ ਹੈ, ਜੇ ਪੁੱਤਰ ਵਾਸਤੇ ਰਹਿੰਦੀ ਆ ਤੇ ਫਿਰ ਹੋ ਸਕਦਾ ਕਿਲੇ ਵਿੱਚ ਬਚੇ ਹੀ ਕੋਈ ਨਾ। ਐਸੀ ਜਿਹੜੀ ਹੈ ਦੁਬਿਧਾ ਦੀ ਘੜੀ ਆ ਕੇ ਬਣ ਗਈ ਹੈ। ਮਿਲ ਕਰ ਸਿੰਘ ਜਾਏ ਟਿਗ ਵੈਸੇ। ਉਸ ਵੇਲੇ ਸਿੰਘ ਵੀ ਜਿਹੜੇ ਚਾਹੁੰਦੇ ਸਨ ਵੀ ਕਿਲਾ ਛੱਡੀਏ। ਵੈਸੇ ਗੁਰਮੁਖੋ ਮਹਾਰਾਜ ਦੀ ਬਾਣੀ ਦਾ ਬਚਨ ਹੈ, ਕੋਈ ਜਾਨ ਨਾ ਭੁੱਲੈ ਭਾਈ ਸੋ ਭੁੱਲੈ, ਜਿਸ ਆਪ ਭੁਲਾਏ ਬੁਝੈ ਤਿਸੈ ਬੁਝਾਏ। ਕੋਈ ਜਾਣ ਬੁੱਝ ਕੇ ਭੁੱਲਦਾ ਵੀ ਨਹੀਂ ਹੈ, ਭੁੱਲਦਾ ਵੀ ਉਹ ਹੈ ਜਿਹਨੂੰ ਉਹ ਭੁਲਾ ਦਿੰਦਾ ਹੈ। ਹੁਣ ਮਹਾਰਾਜ ਸਾਹਿਬ ਜੀ ਨੇ ਇੱਕ ਬਹਾਨਾ ਬਣਾਉਣਾ, ਇੱਕ ਦੇਵਨਿਤ ਬਣਾਈ ਮਹਾਰਾਜ ਸਾਹਿਬ ਜੀਆਂ ਨੇ ਕਿ ਜਿਸ ਤਰ੍ਹਾਂ ਸ਼ਹੀਦੀਆਂ ਹੋਣੀਆਂ ਸਿੰਘਾਂ ਦੀਆਂ, ਉਹ ਇੱਕ ਬਹਾਨਾ ਬਣਾਉਂਦੇ ਪਏ। ਜਦੋਂ ਮਾਤਾ ਗੁਜਰੀ ਜੀ ਘਰ ਵਿੱਚ ਜਾ ਕੇ ਬੈਠ ਗਿਆ ਨਾ, ਹੁਣ ਪੁੱਤਰ ਨੂੰ ਕਿਵੇਂ ਕਹੀਏ ਜਾਣ ਵਾਸਤੇ। ਉਸ ਵੇਲੇ ਜਿਹੜੇ ਸਿੰਘ ਇਹ ਗੱਲ ਕਹਿੰਦੇ ਸਨ ਵੀ ਆਪਾਂ ਕਿਲਾ ਛੱਡ ਕੇ ਚੱਲੀਏ, ਉਹ ਵੀ ਸਿੰਘ ਜਾ ਕੇ ਮਾਤਾ ਜੀ ਦੇ ਕੋਲ ਬੈਠੇ ਹਨ। ਇੱਕ ਇਮ ਸੰਕਟ ਸਭ ਕੋ ਤੈਸੇ। ਸੋ ਗੁਰਮੁਖੋ ਇਹ ਦੁੱਖ ਸਾਰਿਆਂ ਨੂੰ ਬਰਾਬਰ ਹੀ ਹੈ। ਜਿਵੇਂ ਮਾਤਾ ਜੀ ਸੋਚਦੇ ਪਏ ਨਾ ਵੀ ਪੋਤਰਿਆਂ ਨੂੰ ਬਾਹਰ ਕੱਢ ਲਈਏ, ਇਸ ਮੁਸੀਬਤ ਤੋਂ ਬਚਾਅ ਹੋ ਜਾਵੇਗਾ, ਐਸੇ ਤਰ੍ਹਾਂ ਕੁਝ ਸਿੰਘਾਂ ਦੇ ਮਨ ਵਿੱਚ ਵੀ ਵਿਚਾਰ ਇਹ ਹੈ ਵੀ ਕਿਲਾ ਛੱਡ ਕੇ ਚੱਲੀਏ ਤੇ ਸਾਡਾ ਬਚਾਅ ਹੋ ਜਾਵੇਗਾ। ਇਸ ਤਰ੍ਹਾਂ ਸਾਰਿਆਂ ਦੇ ਉੱਪਰ ਇੱਕੋ ਜਿਹਾ ਹੀ ਇਹ ਦੁੱਖ ਵਾਲੀ ਘੜੀ ਔਰ ਇੱਕੋ ਜਿਹਾ ਹੀ ਸਾਰਿਆਂ ਦਾ ਵਿਚਾਰ ਹੈ। ਮਾਤ ਬਿਲੋਚਨ ਤੇ ਜਲ ਜਾਵਤ। ਉਸ ਵੇਲੇ ਮਾਤਾ ਸਾਹਿਬ ਜੀ ਦੇ ਨੇਤਰਾਂ ਦੇ ਵਿੱਚੋਂ ਜਿਹੜਾ ਜਲ ਹੈ ਉਹ ਵਹਿੰਦਾ ਪਿਆ, ਵਿਰਾਹ ਕਰਦੇ ਪਿਆ ਵੀ ਹੁਣ ਕੀ ਕਰੀਏ। ਪੁੱਤਰ ਨੂੰ ਛੱਡਿਆ ਨਹੀਂ ਜਾਂਦਾ ਤੇ ਪੋਤਰੇ ਅੱਖਾਂ ਦੇ ਸਾਹਮਣੇ ਮੇਰੇ ਕੋਲੋਂ ਸ਼ਹੀਦ ਨਹੀਂ ਕਰਵਾਏ ਜਾਣਗੇ। ਜੇ ਪੋਤਰਿਆਂ ਨੂੰ ਲੈ ਕੇ ਤੁਰਦੀ ਹਾਂ ਤੇ ਲੋਕਾਂ ਨੇ ਵੀ ਕਹਿਣਾ ਤੇ ਮਨ ਵਿੱਚ ਵੀ ਇਹ ਗੱਲ ਰਹਿਣੀ ਹੈ ਵੀ ਪੁੱਤਰ ਨੂੰ ਛੱਡ ਦਿੱਤਾ ਮਾਤਾ ਜੀ ਨੇ। ਜੇ ਪੁੱਤਰ ਵਾਸਤੇ ਟਿਕੇ ਰਹਿੰਦੇ ਆ ਤੇ ਕੱਲ ਨੂੰ ਸਾਰਾ ਪਰਿਵਾਰ ਹੀ ਲੇਖੇ ਲੱਗ ਗਿਆ ਤੇ ਫਿਰ ਵੀ ਗੱਲ ਜਿਹੜੀ ਹੈ ਬੜੀ ਅਣਬਣ ਬਣ ਜਾਏਗੀ, ਅਸਮੰਜਸ ਗੱਲ ਬਣ ਜਾਣੀ ਹੈ। ਇਸ ਤਰ੍ਹਾਂ ਮਾਤਾ ਜੀ ਹੁਣ ਫੈਸਲਾ ਨਹੀਂ ਲੈ ਪਾ ਰਹੇ, ਬੜਾ ਵੈਰਾ ਕਰਦੇ ਹਨ। ਬਾਰ ਬਾਰ ਪਹੁੰਚਤ ਦੁੱਖ ਪਾਵਤ। ਉਸ ਵੇਲੇ ਮਾਤਾ ਜੀ ਆਪਣੇ ਨੇਤਰਾਂ ਨੂੰ, ਆਪਣੀਆਂ ਅੱਖਾਂ ਨੂੰ ਚੁੰਨੀ ਦੇ ਪੱਲੇ ਦੇ ਨਾਲ ਵਾਰ-ਵਾਰ ਪੂੰਝਦੇ ਪਏ, ਬੜੇ ਦੁੱਖ ਦੇ ਵਿੱਚ ਹਨ। ਮਹਿਲ ਗੁਰੂ ਕੇ ਦੋਨੋਂ ਰੋਦਤ। ਇਸ ਤਰ੍ਹਾਂ ਮਾਤਾ ਸਾਹਿਬ ਜੀਆਂ ਦੀਆਂ ਦੋਨੇ ਨੋਵਾਂ ਵੀ ਆ ਗਈਆਂ, ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਕੌਰ ਜੀ। ਮਾਤਾ ਜੀਤੋ ਜੀ ਪਹਿਲਾਂ ਹੀ ਸਰੀਰ ਛੱਡ ਗਏ ਸਨ, ਸੱਚਖੰਡ ਚਲੇ ਗਏ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪੁੱਛ ਲਿਆ ਸੀ ਮਾਤਾ ਜੀਤੋ ਜੀ ਨੇ, ਸਤਿਗੁਰੂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੈ। ਤੇ ਸਤਿਗੁਰਾਂ ਨੇ ਕਿਹਾ ਸੀ, ਕਹਿਣ ਲੱਗੇ ਜੀਤੋ ਜੀ ਸਾਰੇ ਪਰਿਵਾਰ ਦੀ ਸ਼ਹੀਦੀ ਹੈ, ਸਿੰਘਾਂ ਦੀ ਸ਼ਹੀਦੀ ਹੈ, ਅਨੰਦਪੁਰ ਸਾਹਿਬ ਦੇ ਸਥਾਨ ਨੂੰ ਵੀ ਛੱਡਣਾ ਹੈ। ਸੋ ਜਿਵੇਂ ਆਪਾਂ ਇਤਿਹਾਸ ਵਿੱਚ ਬਚਨ ਇੱਕ ਸਰਵਣ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਤਲੁਜ ਦਰਿਆ ਦੇ ਵਿੱਚ ਇਸ਼ਨਾਨ ਕਰਦੇ ਪਏ ਸਨ, ਬੱਚਿਆਂ ਦੇ ਨਾਲ ਖੇਡਾਂ ਕਰਦੇ, ਇੱਕ ਦੂਜੇ ਦੇ ਉੱਪਰ ਪਾਣੀ ਝੱਟਦੇ ਪਏ ਸਨ। ਉਸ ਵੇਲੇ ਸਤਿਗੁਰਾਂ ਦੇ ਤਾਇਆ ਜੀ ਦੇ ਪੁੱਤਰ ਬਾਬਾ ਸੂਰਜਮਲ ਜੀ ਹੋਏ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਵੱਡੇ ਭਰਾ। ਸੋ ਉਹਨਾਂ ਦੇ ਜਿਹੜੇ ਪੁੱਤਰ ਸਨ ਬਾਬਾ ਗੁਲਾਬ ਰਾਏ ਜੀ, ਬਾਬਾ ਸ਼ਿਆਮ ਰਾਏ, ਉਹਨਾਂ ਦੇ ਨਾਮ ਇਤਿਹਾਸ ਵਿੱਚ ਆਏ ਨੇ। ਉਸ ਵੇਲੇ ਬਾਬਾ ਗੁਲਾਬ ਰਾਏ ਨੇ ਭੱਜੇ ਜਾਂਦਿਆਂ ਹੋਇਆਂ ਜਿਹੜੇ ਬਸਤਰ ਬਾਹਰ ਲਾ ਕੇ ਰੱਖੇ ਸਨ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਬਸਤਰ ਪਏ ਸਨ। ਆਪਣੀ ਪੱਗ ਬੰਨ੍ਹਣ ਵਾਸਤੇ ਜਦੋਂ ਛੇਤੀ ਨਾਲ ਕੱਪੜਿਆਂ ਵਿੱਚ ਹੱਥ ਪਾਇਆ, ਭੱਜੇ ਜਾਂਦਿਆਂ ਉਹ ਪੱਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਹੱਥ ਵਿੱਚ ਲੱਗੀ ਤੇ ਉਹੀ ਸਿਰ ਤੇ ਬੰਨ੍ਹ ਲਈ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੇਖਿਆ ਵੀ ਪੱਗ ਸਾਡੀ ਹੈ, ਸਿੱਖਾਂ ਨੇ ਵੀ ਦੱਸਿਆ, ਬੱਚਿਆਂ ਨੇ ਵੀ ਮਹਾਰਾਜ ਤੁਹਾਡੀ ਪੱਗ ਤੁਹਾਡੇ ਭਰਾ ਨੇ ਬੰਨ੍ਹ ਲਈ ਹੈ। ਉਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ ਸੀ, ਸਮਾਂ ਆਵੇਗਾ ਗੁਲਾਬ ਰਾਏ, ਤੂੰ ਇਸ ਪੱਗ ਨੂੰ ਵੀ ਬੰਨ੍ਹ ਕੇ ਇੱਕ ਵੇਲੇ ਬੈਠੇਂਗਾ। ਸੋ ਕਹਿਣ ਤੋਂ ਭਾਵ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਆਉਣ ਵਾਲੇ ਸਮੇਂ ਦੇ ਐਸੇ ਕਈ ਭਵਿੱਖਤ ਬਚਨ ਮਹਾਰਾਜ ਨੇ ਹੁੰਦਿਆਂ ਹੀ ਕੀਤੇ ਸਨ। ਜਿਵੇਂ ਗੁਲਾਬ ਰਾਏ ਨੂੰ ਆਖਿਆ ਕਿ ਤੂੰ ਪੱਗ ਬੰਨ੍ਹ ਕੇ ਬੈਠੇਂਗਾ, ਉਹ ਅਨੰਦਪੁਰ ਸਾਹਿਬ ਵਿੱਚ ਬੈਠਾ ਸੀ ਉਹ ਗੁਰੂ ਬਣ ਕੇ ਮਹਾਰਾਜ ਦੇ ਆਉਣ ਤੋਂ ਬਾਅਦ ਵਿੱਚ। ਇਹਨੇ ਪਹਾੜੀ ਰਾਜਿਆਂ ਦੇ ਨਾਲ ਆਪਣਾ ਮੇਲ ਮਿਲਾਪ ਬਣਾ ਲਿਆ ਸੀਗਾ, ਉਹਨਾਂ ਦੇ ਨਾਲ ਗੰਢ ਤੁੱਪ ਕਰ ਲਈ ਸੀ ਬਾਅਦ ਵਿੱਚ। ਸੋ ਇਸੇ ਤਰ੍ਹਾਂ ਮਾਤਾ ਜੀਤੋ ਜੀ ਨੇ ਆਖਿਆ, ਸਤਿਗੁਰੂ ਸਮਾਂ ਕਿਸ ਤਰ੍ਹਾਂ ਦਾ ਹੈ। ਮਹਾਰਾਜ ਕਹਿੰਦੇ ਪਰਿਵਾਰ ਦੀਆਂ ਸ਼ਹੀਦੀਆਂ ਅਨੰਦਪੁਰ ਸਾਹਿਬ ਛੱਡਣਾ ਹੈ। ਫਿਰ ਮਾਤਾ ਜੀ ਉਸ ਵੇਲੇ ਸੱਚਖੰਡ ਨੂੰ ਜਾਣ ਦਾ ਬਚਨ ਕੀਤਾ, ਪਾਤਸ਼ਾਹ ਫਿਰ ਆਗਿਆ ਦਿਓ ਸੱਚਖੰਡ ਨੂੰ ਪ੍ਰਸਥਾਨ ਕਰੀਏ। ਮਾਤਾ ਜੀਤੋ ਜੀ ਇਸ ਤਰ੍ਹਾਂ ਪਹਿਲਾਂ ਸਰੀਰ ਛੱਡ ਕੇ ਸੱਚਖੰਡ ਚਲੇ ਗਏ ਸਨ। ਪਰ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਸਤਿਗੁਰਾਂ ਦੇ ਨਾਲ ਜਦੋਂ ਮਾਤਾ ਜੀ ਨੂੰ ਰੋਂਦੇ ਵੇਖਿਆ, ਮਾਤਾ ਗੁਜਰੀ ਜੀਆਂ ਨੂੰ, ਉਸ ਵੇਲੇ ਸਤਿਗੁਰਾਂ ਦੇ ਮਹਿਲ
ਛੋਟੀਆਂ ਮਾਤਾਵਾਂ ਵੀ ਵਿਰਾਗ ਕਰਦੀਆਂ ਹਨ। ਬੈਠੀ ਸਾਧ ਸਮੀਪ ਅਮੋਦਤ। ਉਸ ਵੇਲੇ ਦੋਨੇ ਮਾਤਾਵਾਂ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਜੀਆਂ ਦੇ ਕੋਲ ਆ ਕੇ ਬੈਠੇ ਹਨ। ਤਿਮਹੀ ਵਿਆਕੁਲ ਸਿੰਘ ਵਿਸਾਲੇ। ਗੁਰਮੁਖੋ ਇਸੇ ਤਰ੍ਹਾਂ ਜਿਹੜੇ ਸਿੰਘ ਨੇ ਮਹਾਰਾਜ ਦੇ, ਜਿਨ੍ਹਾਂ ਦੀ ਵਿਚਾਰ ਹੀ ਇਹ ਬਣ ਗਈ ਹੈ ਵੀ ਕਿਲਾ ਛੱਡਣਾ ਹੀ ਛੱਡਣਾ ਹੈ, ਉਹ ਵੀ ਸਾਰੇ ਵਿਆਕੁਲ ਤੇ ਬੜੇ ਭਾਰੀ ਦੁਖੀ ਹਨ। ਵੇਖੈ ਮਾਤ ਲੋਚਨ ਜਲ ਡਾਲੇ। ਉਸ ਵੇਲੇ ਵੇਖਦੇ ਪਏ ਵੀ ਮਾਤਾ ਸਾਹਿਬ ਜੀ ਦੇ ਨੇਤਰਾਂ ਤੋਂ ਇਹ ਵਿਰਾਗ ਦਾ ਜਲ ਜਿਹੜਾ ਹੈ, ਕਿਉਂਕਿ ਗੁਰਮੁਖੋ ਘੜੀ ਇਹੋ ਜਿਹੀ ਬਣ ਗਈ ਨਾ, ਸਮਾਂ ਹੀ ਇਹੋ ਜਿਹਾ ਬਣ ਜਾਂਦਾ ਹੈ ਕਿ ਵਿਅਕਤੀ ਚਾਹ ਕੇ ਵੀ ਕੁਝ ਕਰ ਨਹੀਂ ਸਕਦਾ, ਕੋਈ ਫੈਸਲਾ ਨਹੀਂ ਦੇ ਪਾਉਂਦਾ ਹੈ, ਕਿਉਂਕਿ ਸਮਾਂ ਸਭ ਤੋਂ ਪ੍ਰਬਲ ਹੈ। ਸਭ ਤੋਂ ਵੱਡੀ ਤਾਕਤ ਸਮੇਂ ਵਿੱਚ ਹੈ। ਸਮਾਂ ਵੱਡਿਆਂ ਵੱਡਿਆਂ ਦੀਆਂ ਗੋਡੀਆਂ ਲਵਾ ਦਿੰਦਾ ਹੈ, ਤੇ ਜਿਹੜੇ ਕੀੜਿਆਂ ਵਰਗੇ ਨੇ ਉਹਨਾਂ ਨੂੰ ਬਾਦਸ਼ਾਹ ਵੀ ਬਣਾ ਦਿੰਦਾ ਹੈ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ। ਜਿਹੜੇ ਕੀੜਿਆਂ ਵਰਗੇ ਕਮਜ਼ੋਰ ਨੇ ਨਾ ਬਿਲਕੁਲ, ਸੋ ਉਹਨਾਂ ਨੂੰ ਜੇ ਸਮਾਂ ਪ੍ਰਬਲ ਹੋ ਜਾਵੇ ਤੇ ਰਾਜ ਭਾਗ ਵੀ ਮਿਲ ਜਾਂਦਾ। ਜਿਸ ਨੀਚ ਕੋ ਸਤਿ ਸ਼੍ਰੀ ਅਕਾਲ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਹੋਂ ਕੁੰਟ ਮਾਨੈ। ਮਹਾਰਾਜ ਸਾਹਿਬ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ। ਸਮਾਂ ਬੜਾ ਪ੍ਰਬਲ ਹੈ। ਜਿਹੜਾ ਕੋਈ ਵੱਡਾ ਤਾਕਤ ਵਾਲਾ ਹੈ, ਉਹਨੂੰ ਸਮੇਂ ਨੇ ਮਿੱਟੀ ਵਿੱਚ ਵੀ ਮਿਲਾ ਦਿੱਤਾ ਹੈ। ਸੋ ਗੁਰਮੁਖੋ ਸਮਾਂ ਹੀ ਇਹੋ ਜਿਹਾ ਬਣ ਗਿਆ। ਮਾਤਾ ਜੀ ਫੈਸਲਾ ਨਹੀਂ ਲੈ ਪਾ ਰਹੇ ਵੀ ਕੀ ਕਰਨਾ ਚਾਹੀਦਾ ਹੈ। ਕੁਛ ਕਰ ਸਕੈ ਨ ਬਹੁ ਬਿਕਲਾਏ। ਹੁਣ ਕਹਿ ਕੁਝ ਨਹੀਂ ਸਕਦੇ। ਗੁਰੂ ਪਾਤਸ਼ਾਹ ਦਾ ਬਚਨ ਹੈ ਵੀ ਅਸੀਂ ਤੇ ਕਿਲਾ ਛੱਡਣਾ ਨਹੀਂ। ਜਿੰਨੇ ਛੱਡਣਾ ਭਾਈ ਜਾਓ, ਚਲੇ ਜਾਓ, ਸਾਡੇ ਵੱਲੋਂ ਖੁੱਲੀ ਛੁੱਟੀ ਆ ਗਿਆ, ਅਸੀਂ ਕਿਸੇ ਨੂੰ ਰੋਕਾਂਗੇ ਨਹੀਂ। ਪਰ ਇੱਕ ਬਚਨ ਚੇਤੇ ਰੱਖਿਓ, ਜਿਹਦਾ ਬਾਹਰ ਜੋ ਵੀ ਨੁਕਸਾਨ ਹੋ ਗਿਆ, ਭਾਵੇਂ ਸਰੀਰ ਕਰਕੇ ਹੋਇਆ ਤੇ ਭਾਵੇਂ ਕਿਸੇ ਹੋਰ ਵਸਤੂ ਕਰਕੇ, ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ। ਅਸੀਂ ਕਿਸੇ ਦਾ ਭਾਰ ਆਪਣੇ ਸਿਰ ਤੇ ਨਹੀਂ ਲਵਾਂਗੇ। ਤੁਹਾਡੇ ਨੁਕਸਾਨ ਦੇ ਜ਼ਿੰਮੇਵਾਰ ਵੀ ਤੁਸੀਂ ਹੋਵੋਗੇ। ਇਹ ਬਚਨ ਮਹਾਰਾਜ ਸਾਹਿਬ ਜੀਆਂ ਨੇ ਕਹਿ ਦਿੱਤੇ। ਹੁਣ ਮਾਤਾ ਜੀ ਸੋਚਦੇ ਵੀ ਕੀ ਕਰੀਏ, ਜੇ ਬਾਹਰ ਜਾ ਕੇ ਨੁਕਸਾਨ ਹੋਵੇਗਾ ਤੇ ਤਾਂ ਵੀ ਮਾੜੀ ਗੱਲ ਹੈ। ਅੰਦਰ ਰਹਿੰਦੇ ਆ ਤੇ ਭੁੱਖ ਦੇ ਨਾਲ ਸਰੀਰ ਛੁੱਟ ਜਾਣਾ ਹੈ। ਇਸ ਤਰ੍ਹਾਂ ਦੀ ਵਿਚਾਰ ਬਣੀ ਹੈ। ਨਿਕਰਨ ਠੀਕ ਮਤੋ ਠਹਿਰਾਏ। ਸਾਰਿਆਂ ਦਾ ਮਤ ਇਹ ਹੈ ਵੀ ਨਿਕਲ ਜਾਣਾ ਚਾਹੀਦਾ ਹੈ। ਕੁਝ ਸਿੱਖ ਵੀ ਜਿਹੜੇ ਨੇ ਮਹਾਰਾਜ ਦੇ ਨਾਲ, ਉਹ ਮਾਤਾ ਗੁਜਰੀ ਜੀਆਂ ਨੂੰ ਆ ਕੇ ਕਹਿਣ ਲੱਗੇ, ਗੁਰਮੁਖੋ ਇੱਕ ਬੰਦਾ ਇਹ ਗੱਲ ਕਵੇ ਨਾ ਵੀ ਆਹ ਕੰਮ ਆਪਾਂ ਕਰ ਲਈਏ, ਤੇ 10 ਬੰਦੇ ਕਹਿ ਦੇਣ ਵੀ ਨਹੀਂ ਕਰਨਾ ਚਾਹੀਦਾ, ਫਿਰ ਇੱਕ ਵੀ ਟਿਕ ਜਾਂਦਾ ਹੈ ਵੀ ਚਲੋ ਸਾਰਿਆਂ ਦੀ ਵਿਚਾਰ ਹੌਸਲਾ ਹੋ ਜਾਂਦਾ। ਜੇ ਇੱਕ ਵਿਅਕਤੀ ਕਵੇ ਕਿ ਮੈਂ ਆਹ ਕੰਮ ਕਰਨਾ ਚਾਹੁੰਦਾ ਹਾਂ, ਤੇ 10 ਜਾਣੇ ਹੋਰ ਨਾਲ ਆ ਕੇ ਆਖਣ ਵੀ ਹਾਂ ਇਹ ਕਰ ਲੈਣਾ ਚਾਹੀਦਾ, ਫਿਰ ਉਹ ਗੱਲ ਪੱਕੀ ਹੋ ਜਾਂਦੀ ਵੀ ਕਰ ਹੀ ਲੈਣਾ ਚਾਹੀਦਾ। ਹੁਣ ਮਾਤਾ ਜੀ ਜਿਵੇਂ ਕਹਿ ਰਹੇ ਵੀ ਕਿਲਾ ਛੱਡੀਏ, ਜਿਹੜੇ ਨਾਲ ਸਿੱਖ ਸਨ, ਕੁਝ ਜਿਨ੍ਹਾਂ ਦੀ ਵਿਚਾਰ ਸੀ, ਉਹਨਾਂ ਨੇ ਵੀ ਕਹਿ ਦਿੱਤਾ ਮਾਤਾ ਜੀ ਕੁਝ ਨਹੀਂ ਹੁੰਦਾ, ਆਪਾਂ ਛੱਡੀਏ ਕਿਲਾ ਤੇ ਚੱਲੀਏ। ਉਸ ਵੇਲੇ ਨਾਲ ਦਿਆਂ ਸਿੱਖਾਂ ਨੇ ਵੀ ਸਹਿਮਤੀ ਦਿੱਤੀ ਹੈ। ਸਤਿਗੁਰ ਹੋਏ ਬੈਠੇ ਮਤ ਵਾਲੇ। ਕੁਝ ਸਿੱਖਾਂ ਨੇ ਆਖਿਆ ਮਹਾਰਾਜ ਤੇ ਮਤਵਾਲੇ ਹੋ ਕੇ ਬੈਠ ਗਏ ਨੇ, ਮਰਜ਼ੀ ਦੇ ਮਾਲਕ ਹੋ ਗਏ ਨੇ। ਜਾਂ ਕਹਿ ਲਈਏ ਵੀ ਸਤਿਗੁਰਾਂ ਨੂੰ ਤੇ ਕੋਈ ਫਿਕਰ ਹੀ ਨਹੀਂ ਹੈ, ਕੋਈ ਪਰਵਾਹ ਹੀ ਨਹੀਂ ਹੈ ਕਿਸੇ ਦੀ। ਮਹਾਰਾਜ ਤੇ ਨਹੀਂ ਕਹਿੰਦੇ ਪਏ ਕਿਲਾ ਛੱਡੋ। ਕੁਝ ਸਿੱਖ ਐਸੀਆਂ ਗੱਲਾਂ ਕਰਦੇ ਹਨ। ਹਿਤ ਅਨਹਿਤ ਨਹਿ ਸਕੈ ਕੁਢਾਲੇ। ਪਰ ਗੁਰਮੁਖੋ ਹਿਤ ਕੀ ਹੈ ਤੇ ਅਨਹਿਤ ਕੀ ਹੈ, ਇਹ ਜਿਹੜੀ ਕੁਢਾਲੀ ਗੱਲ ਹੈ ਨਾ, ਇਸ ਨੂੰ ਪਛਾਣ ਨਹੀਂ ਸਕਦੇ ਹਨ। ਹੁਣ ਗੁਰੂ ਪਾਤਸ਼ਾਹ ਦੇ ਗੁਰਮੁਖੋ ਸਮਰੱਥ ਨੇ, ਉਹਨਾਂ ਨੂੰ ਪਤਾ ਹੈ ਆਉਣ ਵਾਲੇ ਸਮਾਂ ਕਿਸ ਤਰ੍ਹਾਂ ਦਾ ਹੈ। ਜਦੋਂ ਪੈਂਦੇ ਖਾਂ ਦੇ ਘਰ ਵਿੱਚ ਲੜਕੀ ਨੇ ਜਨਮ ਲਿਆ ਨਾ, ਤੇ ਕਿਸੇ ਸਿੱਖ ਨੇ ਆ ਕੇ ਦੱਸਿਆ ਮਹਾਰਾਜ ਪੈਂਦਾ ਤੁਹਾਡਾ ਸੂਰਮਾ ਹੈ, ਬੜਾ ਵੱਡਾ ਬਲ ਵਾਲਾ ਯੋਧਾ, ਇਹਦੇ ਘਰ ਵਿੱਚ ਲੜਕੀ ਪੈਦਾ ਹੋਈ ਹੈ। ਸਤਿਗੁਰੂ ਬਚਨ ਸੁਣ ਕੇ ਹੱਸ ਪਏ। ਸਿੱਖਾਂ ਨੇ ਪੁੱਛਿਆ ਮਹਾਰਾਜ ਹੱਸਣ ਵਾਲੀ ਤੇ ਕੋਈ ਗੱਲ ਨਹੀਂ ਹੈ, ਆਪ ਜੀ ਮੁਸਕਰਾਏ ਹੋ, ਪ੍ਰਸੰਨ ਹੋਏ ਹੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਪੈਂਦੇ ਖਾਂ ਦਾ ਕਾਲ ਆ ਗਿਆ ਉਹਦੇ ਘਰ ਦੇ ਵਿੱਚ। ਮਹਾਰਾਜ ਇਹ ਕਿਵੇਂ? ਸਤਿਗੁਰੂ ਕਹਿੰਦੇ ਸਮਾਂ ਆਵੇਗਾ, ਇਹ ਲੜਕੀ ਪੈਂਦੇ ਖਾਂ ਦਾ ਕਾਲ ਬਣ ਜਾਏਗੀ, ਇਹਦੇ ਰਾਹੀਂ ਇਹਦੀ ਮੌਤ ਹੋਣੀ ਹੈ। ਗੁਰਮੁਖੋ ਇਸੇ ਤਰ੍ਹਾਂ ਹੀ ਹੋਇਆ। ਪੈਂਦੇ ਖਾਂ ਦੀ ਧੀ ਜਵਾਨ ਹੋ ਗਈ। ਜਵਾਈ ਵਿਆਹ ਕੇ ਜਵਾਈ ਘਰ ਵਿੱਚ ਲੈ ਆਂਦਾ। ਸਤਿਗੁਰਾਂ ਦੇ ਕੋਲ ਕਿਸੇ ਸਿੱਖ ਨੇ ਤੋਹਫੇ ਲਿਆ ਕੇ ਦਿੱਤੇ। ਇੱਕ ਬੜਾ ਸੋਹਣਾ ਘੋੜਾ, ਇੱਕ ਬੜੀ ਸੋਹਣੀ ਪੋਸ਼ਾਕ, ਇੱਕ ਬੜਾ ਸੋਹਣਾ ਖੰਡਾ, ਇੱਕ ਬਾਜ, ਇਹ ਮਹਾਰਾਜ ਨੂੰ ਲਿਆ ਕੇ ਦਿੱਤੇ। ਸਤਿਗੁਰਾਂ ਨੇ ਖੰਡਾ ਵੀ ਪੈਂਦੇ ਖਾਂ ਨੂੰ ਦਿੱਤਾ। ਸੋਹਣੀ ਪੋਸ਼ਾਕ ਜਿਹੜੀ ਆਈ ਸੀ ਵਿਸ਼ੇਸ਼, ਉਹ ਵੀ ਪੈਂਦੇ ਖਾਂ ਨੂੰ। ਇੱਕ ਸੋਹਣਾ ਘੋੜਾ, ਉਹ ਵੀ ਪੈਂਦੇ ਖਾਂ ਨੂੰ ਦਿੱਤਾ। ਮਹਾਰਾਜ ਕਹਿੰਦੇ ਜਾ ਪੈਂਦਿਆ, ਸਭ ਕੁਝ ਗੁਰੂ ਘਰ ਵੱਲੋਂ ਤੈਨੂੰ ਮਿਲਿਆ, ਪਰ ਜਦੋਂ ਸਾਡੇ ਦਰਬਾਰ ਵਿੱਚ ਆਵੇਂ ਉਦੋਂ ਇਹ ਸਭ ਕੁਝ ਪਹਿਨ ਕੇ ਆਉਣਾ, ਘੋੜੇ ਤੇ ਚੜ੍ਹ ਕੇ ਆਉਣਾ, ਲੋਕਾਂ ਨੂੰ ਪਤਾ ਲੱਗੇ ਮਹਾਰਾਜ ਦੀ ਫੌਜ ਦਾ ਜਰਨੈਲ ਆ ਰਿਹਾ। ਜਦੋਂ ਘਰ ਵਿੱਚ ਲੈ ਗਿਆ, ਜਵਾਈ ਨੇ ਆਖਿਆ ਤੇ ਸਭ ਕੁਝ ਮੈਨੂੰ ਪਸੰਦ ਹੈ, ਘੋੜਾ ਵੀ ਮੈਨੂੰ ਹੀ ਚਾਹੀਦਾ, ਵਰਦੀ ਵੀ ਮੈਨੂੰ, ਖੰਡਾ ਵੀ ਮੈਨੂੰ ਚਾਹੀਦਾ ਹੈ। ਪੈਂਦਾ ਕਹਿਣ ਲੱਗਾ ਵੀ ਮੈਂ ਦੇ ਨਹੀਂ ਸਕਦਾ, ਇਹ ਮਹਾਰਾਜ ਕੋਲੋਂ ਮੈਨੂੰ ਮਿਲਿਆ ਹੈ। ਤੇ ਪੈਂਦੇ ਖਾਂ ਦੀ ਘਰਵਾਲੀ ਬੋਲ ਪਈ, ਕਹਿਣ ਲੱਗੀ ਵੀ ਤੁਸੀਂ ਕੀ ਕਰਦੇ ਹੋ, ਜਵਾਈਆਂ ਨੂੰ ਨਾ ਥੋੜ੍ਹੀ ਕਰੀਦੀ ਹੈ, ਤੁਸੀਂ ਹੋਰ ਲੈ ਲਿਓ, ਦੇ ਦਿਓ ਇਸ।
ਸਭ ਕੁਝ ਉਸ ਨੂੰ ਪ੍ਰਾਪਤ ਹੋ ਗਿਆ। ਪੈਂਦੇ ਖਾਨ ਹੁਣ ਵਿਚਾਰਾ ਪਹਿਲਾਂ ਵਾਂਗੂ ਫਿਰ ਜਿਹੜੇ ਪਹਿਲੇ ਕੱਪੜੇ ਉਹੀ ਪਾ ਕੇ ਆਉਂਦਾ, ਨਵੇਂ ਖੋਏ ਗਏ। ਤੇ ਸਤਿਗੁਰਾਂ ਨੇ ਪੁੱਛਿਆ, ਉਸ ਵੇਲੇ ਇਹਨੇ ਬਾਜ ਵੀ ਲੁਕਾ ਲਿਆ। ਇਹਦੇ ਜਵਾਈ ਨੇ ਲੁਕਾਇਆ ਵੈਸੇ ਬਾਜ ਵੀ। ਮਹਾਰਾਜ ਸਾਹਿਬ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਬਾਜ ਜਿਹੜਾ ਸੀ ਸਤਿਗੁਰਾਂ ਨੇ ਉਹਨੂੰ ਦਿੱਤਾ, ਉਹ ਵੀ ਜਵਾਈ ਨੇ ਲੁਕਾ ਲਿਆ। ਜਦੋਂ ਸਤਿਗੁਰਾਂ ਨੇ ਪੁੱਛਿਆ, ਪੈਂਦੇ ਖਾਨ ਮੁੱਕਰ ਗਿਆ। ਜਦੋਂ ਇਹਦੇ ਘਰ ਦੀ ਤਲਾਸ਼ੀ ਲਈ, ਪੈਂਦੇ ਖਾਨ ਦੇ ਘਰ ਵਿੱਚੋਂ ਨਿਕਲ ਆਇਆ ਸਾਰਾ ਕੁਝ। ਹੁਣ ਪੈਂਦੇ ਖਾਨ ਝੂਠਾ ਹੋ ਗਿਆ ਭਰੇ ਦਰਬਾਰ ਵਿੱਚ। ਫਿਰ ਇਹਨੇ ਮਹਾਰਾਜ ਨੂੰ ਬੜੇ ਮਾੜੇ ਬਚਨ ਕਹਿ, ਨਰਾਦਰੀ ਦੇ ਬਚਨ ਕਹਿ ਪੈਂਦੇ ਖਾਨ। ਸਤਿਗੁਰਾਂ ਨੇ ਆਖਿਆ, ਭਾਈ ਸਿੱਖੋ ਇਸ ਨੂੰ ਕੁੱਟ ਕੇ ਤੇ ਇਹਨੂੰ ਬਾਹਰ ਕੱਢ ਦਿਓ। ਇਹ ਮਾੜੇ ਬਚਨ ਬੋਲਿਆ ਹੈ ਗੁਰੂ ਘਰ ਨੂੰ, ਸਾਨੂੰ ਵੀ ਬੋਲਿਆ ਹੈ, ਵੱਡਿਆਂ ਗੁਰਾਂ ਨੂੰ ਵੀ ਬੋਲਿਆ ਹੈ। ਮਾਰ ਕੇ ਬਾਹਰ ਕੱਢੋ ਇਸ ਨੂੰ। ਮਾਰ ਕੇ ਬਾਹਰ ਕੱਢਿਆ। ਮੁਗਲਾਂ ਦੀ ਫੌਜ ਵਿੱਚ ਜਾ ਕੇ ਰਲ ਗਿਆ। ਸ਼ਾਹਜਹਾਨ ਦੇ ਕੋਲੋਂ ਵੱਡੀ ਫੌਜ ਲੈ ਕੇ ਆਇਆ, ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਾਰ ਦਿਆਂਗਾ। ਤੇ ਫਿਰ ਕਰਤਾਰਪੁਰ ਸਾਹਿਬ ਦਾ ਜੰਗ ਹੋਇਆ ਤੇ ਪੈਂਦੇ ਖਾਨ ਉਹਦੇ ਵਿੱਚ ਮਾਰਿਆ ਗਿਆ। ਭਾਵ ਇਹ ਹੈ, ਪੈਂਦੇ ਖਾਨ ਦੇ ਘਰ ਵਿੱਚ ਲੜਕੀ ਪੈਦਾ ਹੁੰਦੀ, ਪਾਤਸ਼ਾਹ ਕਹਿੰਦੇ ਕਾਲ ਆ ਗਿਆ, ਇਹ ਸਬੱਬ ਬਣੇਗਾ ਇਹਦੀ ਮੌਤ ਦਾ। ਸਤਿਗੁਰੂ ਜਾਣਦੇ ਨੇ ਆਉਣ ਵਾਲੇ ਸਮੇਂ ਨੂੰ ਘਟ ਘਟ ਕੇ। ਅੰਤਰ ਕੀ ਸਾਡੇ ਮਨਾਂ ਵਿੱਚ ਕੀ ਜਾਣਦਾ ਇਹ ਵੀ ਪਤਾ ਹੈ, ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਇਹ ਵੀ ਪਾਤਸ਼ਾਹ ਨੂੰ ਪਤਾ ਹੈ। ਪਰ ਗੁਰਮੁਖੋ ਇੱਥੇ ਬਚਨ ਆ ਗਿਆ, ਸਤਿਗੁਰਾਂ ਨੂੰ ਪਤਾ ਹੈ ਵੀ ਕੀ ਹੋਣਾ ਹੈ, ਪਰ ਜਿਹੜੇ ਸਿੱਖ ਬੈਠੇ ਨਾ ਕਿਲੇ ਦੇ ਵਿੱਚ ਉਹ ਕਹਿੰਦੇ ਪਏ, ਕਹਿੰਦੇ ਮਹਾਰਾਜ ਨੂੰ ਤੇ ਪਤਾ ਹੀ ਨਹੀਂ ਹੈ ਵੀ ਅੱਗੇ ਕੀ ਕਰਨਾ ਹੈ। ਸਤਿਗੁਰੂ ਤੇ ਮਤਵਾਲੇ ਹੋ ਕੇ ਬੈਠ ਗਏ ਹਨ। ਇਨ ਹਠ ਰਣ ਕੋ ਮਨ ਮੈਂ ਧਾਰਿਓ। ਸਤਿਗੁਰਾਂ ਨੂੰ ਤੇ ਕੇਵਲ ਇੱਕੋ ਹੀ ਗੱਲ ਚੰਗੀ ਲੱਗਦੀ ਹੈ ਕਿ ਜੰਗ ਹੀ ਜੰਗ ਕਰਨਾ ਹੈ। ਜਦੋਂ ਦੇ ਗੁਰਤਾ ਗੱਦੀ ਤੇ ਬੈਠੇ ਇਹਨਾਂ ਨੇ ਰੋਜ਼ ਕੋਈ ਨਾ ਕੋਈ ਨਵਾਂ ਹੀ ਜੰਗ ਸ਼ੁਰੂ ਕਰ ਛੱਡਿਆ ਹੈ। 14 ਜੰਗ ਇਹਨਾਂ ਨੇ ਕਰ ਵੀ ਲੈ। ਇਹ ਤੇ ਰੋਜ਼ ਜੰਗ ਕਰਨ ਵਿੱਚ ਹੀ ਲੱਗੇ ਰਹਿੰਦੇ ਹਨ। ਨਿਕਸਨ ਸਮੋ ਨ ਭਲੋ ਵਿਚਾਰਿਓ। ਹੁਣ ਸਾਨੂੰ ਸਮਾਂ ਮਿਲ ਗਿਆ ਹੈ ਵੀ ਕਿਲਾ ਛੱਡ ਕੇ ਚੱਲੀਏ, ਕਿਉਂਕਿ ਹੁਣ ਤੇ ਦੁਸ਼ਮਣ ਵੀ ਕਹਿ ਰਿਹਾ ਹੈ ਕਿ ਮਹਾਰਾਜ ਸਾਹਿਬ ਜੀ ਆਪ ਚਲੇ ਜਾਓ ਕਿਲਾ ਛੱਡ ਕੇ, ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ। ਲਿਖਤੀ ਸੋਹਾਂ ਵੀ ਖਾਂਦੇ ਪਏ। ਹੁਣ ਇਹੋ ਜਿਹੇ ਸਮੇਂ ਨੂੰ ਗਵਾਉਣਾ ਨਹੀਂ ਚਾਹੀਦਾ ਹੈ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਰਵਾਹ ਹੀ ਕੋਈ ਨਹੀਂ ਹੈ। ਐਸੇ ਸਮੇਂ ਦਾ ਲਾਭ ਉਠਾਉਣਾ ਇਹ ਜਾਣਦੇ ਹੀ ਨਹੀਂ ਪਏ। ਜਦੋਂ ਗੁਰਮੁਖੋ ਸਿੱਖ ਗੁਰੂ ਨਾਲੋਂ ਸਿਆਣਾ ਹੋ ਜਾਵੇ ਤੇ ਫਿਰ ਐਸੀ ਬਿਪਤਾ ਪੈ ਹੀ ਜਾਂਦੀ ਹੈ। ਸਿੱਖ ਸਿਆਣਾ ਹੋ ਗਿਆ, ਗੁਰੂ ਦੇ ਨਾਲੋਂ ਸਤ ਸੰਤੋਖ ਦਇਆ ਧਰਮ ਮਨ ਵਿੱਚੋਂ ਨਿਕਲ ਗਿਆ। ਇਸ ਵੇਲੇ ਕੇਵਲ ਲਾਲਸਾ ਪੈਦਾ ਹੋ ਗਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਸਿੱਖਾਂ ਨੇ ਆਖਿਆ ਨਾ, ਆਪਣੇ ਸਿੱਖ ਮਹਾਰਾਜ ਸਾਡੇ ਘਰੇ ਭੇਜੋ, ਅਸੀਂ 2-2 4-4 ਸਿੱਖਾਂ ਨੂੰ ਘਰੇ ਲੈ ਜਾਈਏ, ਘਰੇ ਜਾ ਕੇ ਪ੍ਰਸ਼ਾਦਾ ਛਕਾ ਦਿਆਂਗੇ। ਸਾਰੇ ਸਿੱਖ ਵੰਡੇ ਗਏ। ਇੱਕ ਸਿੱਖ ਨੂੰ ਕੋਈ ਗਰੀਬ ਵਿਅਕਤੀ ਆਪਣੇ ਘਰ ਵਿੱਚ ਲੈ ਗਿਆ, ਪਾਟੀ ਜੀ ਕੰਬਲੀ ਆਪਣੀ ਵਿਛਾ ਕੇ ਉਹਦੇ ਉੱਪਰ ਬਿਠਾ ਕੇ, ਵਿਚਾਰੇ ਦੇ ਘਰ ਵਿੱਚ ਪ੍ਰਸ਼ਾਦਾ ਤੇ ਹੈ ਨਹੀਂ ਹੈ, ਗਰੀਬ ਹੈ। ਉਹਨੇ ਪੀਲੂਆਂ ਤੋੜ ਕੇ ਨਾ ਬੂਟੇ ਦੇ ਨਾਲੋਂ ਤੇ ਉਹ ਧੋ ਕੇ ਸਿੱਖ ਨੂੰ ਛਕਾ ਦਿੱਤੀਆਂ। ਥੋੜੀਆਂ ਜਿਹੀਆਂ ਪੀਲੂ ਸਿੱਖ ਨੇ ਛਕੀਆਂ, ਭੁੱਖ ਤੇ ਲੱਗੀ ਹੈ, ਪਰ ਸਿੱਖ ਦਾ ਪ੍ਰੇਮ ਵੇਖ ਕੇ ਉਹੀ ਪ੍ਰਸ਼ਾਦ ਪ੍ਰਵਾਨ ਕਰ ਲਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਆਏ। ਪਾਤਸ਼ਾਹ ਕਹਿੰਦੇ ਕੀ ਛਕਿਆ? ਸਾਰਿਆਂ ਨੇ ਬਹੁਤਾ ਦੱਸਿਆ। ਜਦੋਂ ਇਹ ਸਿੱਖ ਨੂੰ ਪੁੱਛਿਆ ਨਾ, ਤੂੰ ਕੀ ਛਕਿਆ? ਕਹਿੰਦਾ ਮਹਾਰਾਜ ਜੋ ਮੈਂ ਛਕਿਆ ਕੋਈ ਛਕ ਹੀ ਨਹੀਂ ਸਕਿਆ। ਪਾਤਸ਼ਾਹ ਕਹਿੰਦੇ ਕੀ ਛਕਿਆ? ਕਹਿੰਦਾ ਪਾਤਸ਼ਾਹ ਜੀ ਇਹਨਾਂ ਨੇ ਮੈਨੂੰ ਪੀਲੂ ਖਵਾਈਆਂ, ਪਰ ਜਿਹੜਾ ਇਹਨਾਂ ਨੇ ਮੈਨੂੰ ਪ੍ਰੇਮ ਕੀਤਾ ਨਾ, ਹੋ ਸਕਦਾ 36 ਪ੍ਰਕਾਰ ਦੇ ਭੋਜਨਾਂ ਵਿੱਚੋਂ ਵੀ ਉਹ ਆਨੰਦ ਨਾ ਆਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ ਸਤੀ ਦੇ ਸੰਤੋਖੀ ਖਾਏ। ਛਕਾਉਣ ਵਾਲਾ ਸਤੀ ਤੇ ਛਕਣ ਵਾਲਾ ਸੰਤੋਖੀ ਹੋਵੇ। ਤੇ ਅੱਜ ਕੱਲ੍ਹ ਦਾ ਸਮਾਂ ਇਹ ਹੈ, ਗੁਰੂ ਘਰੋਂ ਕਿਤੇ ਪ੍ਰਸ਼ਾਦਾ ਨਾ ਮਿਲੇ ਤੇ ਉਹ ਨੈੱਟ ਤੇ ਬੈਠ ਕੇ ਰੌਲਾ ਪਾਉਣ ਲੱਗ ਪੈਂਦੇ, ਮੈਂ ਗੁਰੂ ਘਰੇ ਗਿਆ ਉੱਥੇ ਮੈਨੂੰ ਪਰੌਂਠਾ ਨਹੀਂ ਮਿਲਿਆ ਖਾਣ ਵਾਸਤੇ। ਇੱਕ ਨਿੱਕੀ ਜੀ ਗੱਲ ਬਦਲੇ ਏਡਾ ਵੱਡਾ ਗੁਰੂ ਘਰ ਨੂੰ ਬਦਨਾਮ ਕਰਨ ਦਾ ਯਤਨ ਕਰ ਦਿੱਤਾ। ਪਰ ਇਤਿਹਾਸ ਤੋਂ ਅਸੀਂ ਕੋਹਾਂ ਦੂਰ ਹੋ ਗਏ ਗੁਰਮੁਖੋ। ਇਹ ਦੇਣ ਵਾਲਾ ਸਤੀ ਔਰ ਛਕਣ ਵਾਲਾ ਸੰਤੋਖੀ ਹੋਵੇ। ਗੁਰੂ ਘਰ ਦਾ ਤੇ ਕਿਣਕਾ ਹੀ ਮਿਲ ਜਾਵੇ, ਉਹੀ ਤ੍ਰਿਪਤ ਕਰ ਦਿੰਦਾ ਹੈ। ਪਰ ਸਾਡੀ ਲਾਲਸਾ ਵੱਧ ਗਈ, ਲਾਲਚ ਵੱਧ ਗਿਆ। ਗੁਰੂ ਘਰ ਨੂੰ ਕੇਵਲ ਰੋਟੀ ਖਾਣ ਦਾ ਹੀ ਅਸੀਂ ਇੱਕ ਕੇਂਦਰ ਸਮਝ ਲਿਆ ਹੈ। ਗੁਰੂ ਘਰੇ ਕੀ ਲੈਣ ਜਾਣਾ ਹੈ, ਕਿਵੇਂ ਜਾਣਾ, ਕੀ ਕਰਨਾ ਚਾਹੀਦਾ, ਸਭ ਕੁਝ ਭੁੱਲ ਗਿਆ ਹੈ। ਔਰ ਅਸੀਂ ਇਹੋ ਜਿਹੇ ਕੰਮਾਂ ਵੱਲ ਪੈ ਗਏ ਹਾਂ। ਸੋ ਪ੍ਰਸ਼ਾਦਾ ਪਾਣੀ ਖਾਣਾ ਜੇ ਸਾਨੂੰ ਆਉਂਦਾ ਤੇ ਬਣਾਉਣਾ ਵੀ ਸਾਨੂੰ ਆਉਣਾ ਚਾਹੀਦਾ ਹੈ। ਨਹੀਂ ਮਿਲਿਆ ਤੇ ਫਿਰ ਆਪ ਬਣਾ ਕੇ ਛਕ ਲਓ। ਪਰ ਇਸ ਤਰ੍ਹਾਂ ਦੀਆਂ ਹੁਇਤਾਂ ਨਹੀਂ ਨਾ ਕਰਨੀਆਂ ਚਾਹੀਦੀਆਂ। ਰੋ ਵਿਚਾਰ ਮਹਾਰਾਜ ਬਚਨ ਬਖਸ਼ਿਸ਼ ਕਰਦੇ ਪਏ। ਕਹਿੰਦੇ ਇਸ ਤਰ੍ਹਾਂ ਦਾ ਸਮਾਂ ਹੈ। ਸਿੱਖ ਕਹਿੰਦੇ ਪਏ, ਕਿਉਂਕਿ ਸਿੱਖ ਸਿਆਣਾ ਹੋ ਗਿਆ ਗੁਰੂ ਨਾਲੋਂ। ਸਿੱਖ ਆਖਦੇ ਪਏ ਮਹਾਰਾਜ ਸਾਹਿਬ ਜੀ ਨੂੰ ਇੰਨਾ ਸੋਹਣਾ ਮੌਕਾ ਮਿਲਿਆ, ਦੁਸ਼ਮਣ ਵੀ ਰਾਹ ਦਿੰਦਾ ਪਿਆ,
ਸਤਿਗੁਰਾਂ ਨੂੰ ਪਤਾ ਹੀ ਨਹੀਂ ਹੈ ਵੀ ਮੌਕੇ ਦਾ ਲਾਭ ਵੀ ਲੈਣਾ ਚਾਹੀਦਾ ਹੈ। ਬਾਰ ਬਾਰ ਪਛਤਾਵਤ ਮਾਤਾ। ਇਹ ਜਿਹੜੇ ਸਿੱਖ ਨੇ ਇਹ ਵੀ ਪਛਤਾਤਾਪ ਕਰਦੇ ਪਏ ਵੀ ਇਹ ਸਤਿਗੁਰਾਂ ਨੇ ਜਾਣ ਵਾਸਤੇ ਕਿਉਂ ਨਹੀਂ ਮੰਨੇ ਹਨ। ਤੇ ਜਿਹੜੀ ਮਾਤਾ ਸਾਹਿਬ ਗੁਜਰੀ ਜੀ ਉਹ ਵੀ ਮਾਦਵਾਰ ਇਹੋ ਹੀ ਸੋਚਦੇ ਪਏ ਵੀ ਐਸਾ ਹੀ ਮੌਕੇ ਦਾ ਲਾਹਾ ਲੈਣਾ ਚਾਹੀਦਾ ਹਾਂ ਹੈ। ਕਰਮ ਮਮ ਲਿਖਿਓ ਵਿਧਾਤਾ। ਉਸ ਵੇਲੇ ਆਖਦੇ ਪਏ ਮਾਤਾ ਜੀ ਕਹਿਣ ਲੱਗੇ ਆ ਪਰਮੇਸ਼ਰ ਇਹ ਕਿਹੋ ਜਿਹਾ ਤੁਸੀਂ ਮੇਰਾ ਕਰਮ ਲਿਖਿਆ ਹੈ। ਕਰਮ ਤੇ ਗੁਰਮੁਖੋ ਮਾਤਾ ਗੁਜਰੀ ਵਰਗੇ ਕਿਸੇ ਦੇ ਹੋ ਹੀ ਨਹੀਂ ਸਕਦੇ। ਪਿਛਲੇ ਕਈ ਜਨਮਾਂ ਦੀ ਭਗਤੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪੁੱਤਰ ਦੇ ਰੂਪ ਦੇ ਵਿੱਚ ਪ੍ਰਾਪਤ ਹੋਏ, ਪਰ ਜਦੋਂ ਮੁਸੀਬਤ ਪੈਂਦੀ ਹੈ ਨਾ ਪਰਮਾਤਮਾ ਭਾਵੇਂ ਸਾਨੂੰ ਕਿੰਨੀਆਂ ਵੀ ਦਾਤਾਂ ਦੇਵੇ, ਕਿੰਨੀਆਂ ਵੀ ਵਡਿਆਈਆਂ ਬਖਸ਼ੇ, ਪਰ ਜਦੋਂ ਕਿਤੇ ਨਿੱਕਾ ਜਿਹਾ ਕੋਈ ਸੰਕਟ ਆ ਜਾਵੇ ਸਾਨੂੰ ਉਹਦੀਆਂ ਦਿੱਤੀਆਂ ਸਾਰੀਆਂ ਦਾਤਾਂ ਜਿਹੜੀਆਂ ਭੁੱਲ ਜਾਂਦੀਆਂ ਵੀ ਰੱਬ ਨੇ ਆ ਵੀ ਕੋਈ ਦਿੱਤਾ ਹੈ। ਪਰ ਜਿਹੜੀ ਚੀਜ਼ ਨਹੀਂ ਮਿਲੀ ਹੈ ਉਹਦੇ ਉੱਪਰ ਸਾਡਾ ਕਈ ਵਾਰੀ ਅਫਸੋਸ ਹੋ ਜਾਂਦਾ ਹੈ, ਮੇਰੇ ਨਾਲ ਰੱਬ ਨੇ ਕੀ ਕੀਤਾ ਹੈ। ਰੋ ਵਿਚਾਰ ਮਾਤਾ ਜੀ ਕਹਿ ਰਹੇ, ਕਹਿੰਦੇ ਆ ਵਿਧਾਤਾ ਅਕਾਲ ਪੁਰਖ ਕਿਸ ਤਰ੍ਹਾਂ ਦੇ ਕਰਮ ਲਿਖੇ ਹੋਏ ਹਨ। ਸਭ ਤੇ ਪੂਰਵ ਮੈਂ ਕਿਮ ਮਰਾਂ। ਹੁਣ ਗੱਲ ਇਹ ਹੈ ਕਿ ਪਹਿਲਾਂ ਤੇ ਪਤੀ ਜਿਹੜਾ ਹੈ ਉਹ ਸਰੀਰ ਛੱਡ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਸ਼ਹੀਦੀ ਪ੍ਰਾਪਤ ਕਰ ਗਏ। ਪਹਿਲਾਂ ਤੇ ਸਾਨੂੰ ਉਹ ਸੰਕਟ ਪੈ ਗਿਆ ਹੈ। ਹੁਣ ਸੰਕਟ ਇਹ ਪੈ ਗਿਆ ਹੈ ਵੀ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਸਭ ਤੋਂ ਪਹਿਲਾਂ ਮੈਂ ਕਿਵੇਂ ਕੋਈ ਫੈਸਲਾ ਲਵਾਂ। ਫੈਸਲਾ ਲਵਾਂਗੇ ਇਤਿਹਾਸ ਕੀ ਕਹੇਗਾ, ਪਰਿਵਾਰ ਕੀ ਕਹੇਗਾ, ਲੋਕ ਕੀ ਕਹਿਣਗੇ। ਸਭ ਤੋਂ ਪਹਿਲਾਂ ਸ਼ਹੀਦੀ ਕਿਵੇਂ ਪਾਉਣਾ ਕਰੀਏ। ਸੁਤ ਪੌਤਰਨ ਦੁੱਖ ਜੀਅਤ ਨਾ ਭਰੋ। ਮੈਂ ਆਪਣੇ ਪੁੱਤਰ ਨੂੰ ਵੀ ਜਿਉਂਦਿਆਂ ਵੇਖਣਾ ਚਾਹੁੰਦੀ ਹਾਂ, ਪੋਤਰਿਆਂ ਨੂੰ ਵੀ ਜਿਉਂਦਿਆਂ ਵੇਖਣਾ ਚਾਹੁੰਦੀ ਹਾਂ। ਮੈਂ ਨਹੀਂ ਚਾਹੁੰਦੀ ਵੀ ਪੁੱਤਰ ਵੀ ਦੁੱਖ ਵਿੱਚ ਪਵੇ, ਮੈਂ ਨਹੀਂ ਚਾਹੁੰਦੀ ਵੀ ਪੋਤਰੇ ਦੁੱਖ ਵਿੱਚ ਪੈਣ। ਇਹ ਮਨ ਤੇ ਨਹੀਂ ਕਰਦਾ ਹੈ ਕਿ ਪੋਤਰੇ ਦੁਖੀ ਹੋ ਜਾਣ ਜਾਂ ਦੁੱਖ ਵਿੱਚ ਪੈ ਜਾਣ ਜਾਂ ਪੁੱਤਰ ਸੰਕਟ ਵਿੱਚ ਪਵੇ। ਮੈਂ ਚਾਹੁੰਦੀ ਨਹੀਂ ਆ, ਪਰ ਇਹ ਸਭ ਕੁਝ ਮੈਨੂੰ ਵੇਖਣਾ ਪੈ ਰਿਹਾ ਹੈ। ਸ੍ਰੀ ਬਾਬਾ ਨਾਨਕ ਸੁਖ ਕਰੋ। ਉਸ ਵੇਲੇ ਮਾਤਾ ਜੀ ਕਹਿ ਰਹੇ ਨੇ, ਕਹਿਣ ਲੱਗੇ ਐ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਸਾਡੇ ਤੇ, ਸਾਡੇ ਪਰਿਵਾਰ ਤੇ, ਸਿੱਖਾਂ ਦੇ ਉੱਪਰ ਕਿਰਪਾ ਕਰੋ ਮਹਾਰਾਜ, ਸੁਖ ਦੀ ਘੜੀ ਬਖਸ਼ਿਸ਼ ਕਰੋ। ਇੱਕ ਇਹੋ ਜਿਹਾ ਕਠਿਨ ਸਮਾਂ ਆ ਗਿਆ। ਮਾਤਾ ਜੀ ਅਰਦਾਸ ਕਰਦੇ ਪਏ, ਐ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਿਰਪਾ ਕਰੋ ਸਾਡੇ ਤੇ, ਇਸ ਦੁੱਖ ਦੀ ਘੜੀ ਨੂੰ ਦੂਰ ਕਰਨਾ ਕਰੋ। ਸੰਕਟ ਪਰਿਓ ਅਦਿਕ ਸੋ ਹਰੋ। ਤੇ ਇਸ ਕਰਕੇ ਇਹ ਬਹੁਤ ਜ਼ਿਆਦਾ ਜਿਹੜਾ ਸੰਕਟ ਪੈ ਗਿਆ ਹੈ, ਦੁੱਖ ਪੈ ਗਿਆ ਹੈ, ਇਸ ਦੁੱਖ ਨੂੰ ਆਪ ਦੂਰ ਕਰ ਦੇਵੋ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਰੂਪ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ, ਜੋ ਚਾਹੁਣ ਉਹ ਕਰ ਸਕਦੇ, ਸਮਰੱਥ ਨੇ ਨਾ। ਭਾਈ ਦਇਆ ਸਿੰਘ ਨੂੰ ਮਹਾਰਾਜ ਨੇ ਆਖਿਆ ਸੀ ਨਾ, ਦਇਆ ਸਿਆ ਜੇ ਚਾਹੀਏ ਤੇ ਇੱਕ ਤੀਰ ਹੀ ਚਲਾਵਾਂਗੇ ਤੇ ਸਾਰੀਆਂ ਸਫਾ ਉਠਾ ਦੇਵਾਂਗੇ, ਰਵੇਗਾ ਕੋਈ ਨਹੀਂ। ਪਰ ਅਸੀਂ ਇਹ ਕੁਝ ਕਰਨਾ ਨਹੀਂ, ਉਹਦੀ ਰਜਾ ਵਿੱਚ ਉਹਦੇ ਕੌਤਕ ਵੇਖਦੇ ਪਏ ਹਾਂ। ਸੋ ਸਤਿਗੁਰੂ ਹੈਨ ਤੇ ਸਮਰੱਥ, ਜੋ ਚਾਹੁਣ ਉਹ ਕਰ ਸਕਦੇ। ਪਰ ਮਹਾਰਾਜ ਸਾਹਿਬ ਜੀ ਆਮ ਮਨੁੱਖਾਂ ਵਾਲੀਆਂ ਲੀਲਾ ਕਰਕੇ ਸਾਨੂੰ ਦੱਸਦੇ ਪਏ ਵੀ ਆਉਣ ਵਾਲੇ ਸਮੇਂ ਵਿੱਚ ਸਿੱਖਾ ਜੇ ਤੇਰੇ ਤੇ ਸੰਕਟ ਪੈ ਵੀ ਜਾਵੇ ਨਾ, ਉਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇਤਿਹਾਸ ਯਾਦ ਕਰ ਲਵੇਂ ਕਿ ਗੁਰੂ ਪਾਤਸ਼ਾਹ ਨੇ ਸਮਰੱਥ ਹੁੰਦਿਆਂ ਹੋਇਆ ਇੰਨਾ ਸੰਕਟ ਆਪਣੇ ਸਰੀਰ ਤੇ ਸਹਿ ਕੇ ਪਰਮੇਸ਼ਰ ਦਾ ਧੰਨਵਾਦ ਹੀ ਕੀਤਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉਡਣ ਬਚਨ ਲਿਖਿਆ ਮਹਾਰਾਜ ਸਾਹਿਬ ਜੀਆਂ ਨੇ। ਇੰਨਾ ਪਿਆਰ ਪਰਮਾਤਮਾ ਦੇ ਨਾਲ, ਇੰਨੀ ਦੁੱਖ ਦੀ ਘੜੀ ਵਿੱਚ ਮਹਾਰਾਜਿਆਂ ਵਾਲੀ ਜ਼ਿੰਦਗੀ ਹੈ। ਕਿਲੇ ਬਣੇ ਹੋਏ ਨੇ, ਫੌਜਾਂ ਕੋਲ ਨੇ, ਘੋੜੇ ਕੋਲ ਨੇ, ਮਾਇਆ ਦੀ ਧਨ ਦੀ ਕਮੀ ਕੋਈ ਨਹੀਂ। ਸਿੱਖ ਸੇਵਕ ਸੰਗਤਾਂ ਸ਼ਰਧਾ ਨਾਲ ਸੇਵਾ ਕਰਨ ਵਾਲੀਆਂ। ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਜੰਗਲ ਦੇ ਵਿੱਚ ਨੰਗੇ ਪੈਰੀ ਜਾਣਾ ਪਿਆ ਅਤੇ ਗਲ ਦੇ ਬਸਤਰ ਪਾਟੇ ਹੋਏ। ਮਹਾਰਾਜ ਠੰਡ ਦਾ ਸਮਾਂ, ਗੁਰਮੁਖੋ ਬਸਤਰ ਵੀ ਗਲ ਦੇ ਪਾਟੇ ਹੋਏ, ਲੀਰੋ ਲੀਰ ਹੋ ਗਿਆ, ਕੰਡੇ ਵੱਜ ਵੱਜ ਕੇ, ਪੈਰਾਂ ਵਿੱਚ ਜ਼ਖਮ ਹੋ ਗਿਆ, ਰੋੜ ਚੁੱਭ ਚੁੱਭ ਕੇ, ਕੰਡੇ ਚੁੱਭ ਚੁੱਭ ਕੇ, ਪੈਰਾਂ ਦੇ ਵਿੱਚ ਜੋੜਾ ਨਹੀਂ ਹੈ, ਬਸਤਰ ਫਟੇ ਹੋਏ। ਪਰਿਵਾਰ ਦਾ ਕੋਈ, ਜੇ ਆਪਾਂ ਦੁਨਿਆਵੀ ਤੌਰ ਤੇ ਲਾਈਏ, ਚਲੋ ਮਹਾਰਾਜ ਤੇ ਅੰਤਰਜਾਮੀ ਸਭ ਕੁਝ ਜਾਣਦੇ, ਜੇ ਆਪਾਂ ਦੁਨਿਆਵੀ ਤੌਰ ਤੇ ਲਾਈਏ ਪਤਾ ਹੀ ਨਹੀਂ ਹੈ ਪਰਿਵਾਰ ਦਾ ਵੀ ਕੀ ਕੀ ਭਾਣਾ ਵਾਪਰਿਆ ਹੈ। ਤੇ ਘਰ ਵੀ ਛੱਡਣਾ ਪੈ ਗਿਆ। ਐਸੀ ਮੁਸੀਬਤ ਵਿੱਚ ਬੈਠੇ ਹੋਏ, ਦੁੱਖ ਵਿੱਚ ਬੈਠੇ ਹੋਏ, ਫਿਰ ਵੀ ਆਖਦੇ ਪੈ ਵੀ ਪਰਮਾਤਮਾ ਤੇਰਾ ਸ਼ੁਕਰ ਹੀ ਹੈ। ਇਹ ਮਹਾਰਾਜ ਸਾਹਿਬ ਜੀ ਨੇ ਤਾਂ ਆਪਣੇ ਸਰੀਰ ਤੇ ਐਸੇ ਦੁੱਖ ਨੂੰ ਹੰਢਾਇਆ ਹੈ। ਇਹ ਸਾਨੂੰ ਸਮਝਾਉਣ ਵਾਸਤੇ ਗੁਰੂ ਕਿਹਾ ਸਿੱਖਾ, ਜੇ ਤੇਰੇ ਤੇ ਐਸੀ ਵੀ ਕਿਤੇ ਬਿਪਤਾ ਪੈ ਜਾਵੇ ਨਾ, ਤੇਰਾ ਪਰਿਵਾਰ ਵੀ ਕਿਤੇ ਮੰਨ ਲਓ ਕੁਰਬਾਨੀ ਕਰ ਜਾਵੇ, ਤੈਨੂੰ ਘਰ ਵੀ ਕਿਤੇ ਛੱਡਣਾ ਪੈ ਜਾਵੇ, ਤੇਰਾ ਸਭ ਕੁਝ ਹੀ ਚਲੇ ਜਾਵੇ, ਤੇਰੇ ਗਲ ਦੇ ਬਸਤਰ ਵੀ ਪਾਟੇ ਹੋਣ ਤੇ ਭਾਵੇਂ ਪੈਰੀ ਜੋੜਾ ਵੀ ਨਾ ਹੋਵੇ, ਤਾਂ ਵੀ ਰੱਬ ਦਾ ਸ਼ੁਕਰ ਕਰੀਂ।
ਪਰ ਗੁਰਮੁਖੋ ਨੌਜਵਾਨ ਪੀੜ੍ਹੀ ਇਤਿਹਾਸ ਤੋਂ ਦੂਰ ਹੋ ਗਈ ਨਾ, ਗੁਰਬਾਣੀ ਤੋਂ ਦੂਰ ਹੋ ਗਈ ਨਾ। ਅੱਜ ਕੱਲ੍ਹ ਬੱਚੇ ਕੀ ਕਰਦੇ, ਨਹਿਰ ਦੇ ਕਿਨਾਰੇ ਜਾ ਕੇ ਵੀਡੀਓ ਬਣਾਉਣ ਲੱਗ ਪੈਂਦੇ, ਮੈਨੂੰ ਫਲਾਣਾ ਦੁੱਖ ਆ ਗਿਆ, ਮੈਂ ਮਰ ਚੱਲਿਆ ਨਹਿਰ ਵਿੱਚ ਡਿੱਗ ਕੇ। ਇਹ ਮੈਂ ਆਪਣੇ ਮਾਂ-ਬਾਪ ਨੂੰ ਇਹ ਕਹਿਣਾ ਚਾਹੁੰਦਾ ਹਾਂ। ਕੋਈ ਆਖਦਾ ਪਹਾੜ ਤੋਂ ਛਾਲ ਮਾਰਨ ਲੱਗਾ, ਕੋਈ ਆਖਦਾ ਰੇਲ ਗੱਡੀ ਥੱਲੇ ਆ ਕੇ ਮਰਨ ਲੱਗਾ। ਅਸੀਂ ਨਿੱਕੀਆਂ ਨਿੱਕੀਆਂ ਮੁਸੀਬਤਾਂ ਜਿਹੜੀਆਂ ਕੁਝ ਵੀ ਨਹੀਂ, ਜ਼ਿੰਦਗੀ ਵਿੱਚ ਆਮ ਹੀ ਆਉਂਦੀਆਂ ਇਹੋ ਜਿਹੀਆਂ ਮੁਸੀਬਤਾਂ, ਉਹਨਾਂ ਦੇ ਨਾਲ ਅੱਜ ਸਾਡੇ ਬੱਚੇ ਲੜ ਨਹੀਂ ਪਾ ਰਹੇ। ਨਿੱਕੀ ਨਿੱਕੀ ਗੱਲ 'ਤੇ ਦਿਲ ਛੱਡ ਜਾਂਦੇ, ਹੌਸਲਾ ਛੱਡ ਜਾਂਦੇ, ਆਪਣੇ ਆਪ ਨੂੰ ਆਪੇ ਹੀ ਮਾਰ ਲੈਂਦੇ। ਆਪਣੇ ਆਪ ਨੂੰ ਮਾਰਨਾ ਸਭ ਤੋਂ ਵੱਡਾ ਦੁਨੀਆ ਦਾ ਜਿੰਨੇ ਪਾਪ ਨੇ ਨਾ ਦੁਨੀਆ ਦੇ, ਸਭ ਤੋਂ ਵੱਡਾ ਪਾਪ ਆਪਣੇ ਆਪ ਨੂੰ ਮਾਰਨਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੇ ਇਤਿਹਾਸ ਸੁਣਿਆ ਹੋਵੇ, ਮਹਿਲ ਛੱਡ ਦਿੱਤੇ, ਘਰ ਛੱਡ ਦਿੱਤਾ, ਫੌਜਾਂ ਚਲੇ ਗਈਆਂ, ਘੋੜੇ ਵੀ ਕੋਲ ਨਹੀਂ ਰਹੇ, ਜੋੜਾ ਵੀ ਕੋਲ ਨਹੀਂ ਰਿਹਾ, ਬਸਤਰ ਵੀ ਪਾਟੇ ਹੋਏ, ਠੰਡ ਦਾ ਮੌਸਮ ਹੈ, ਬਿਸਤਰਾ ਵੀ ਕੋਲ ਵਿਛਾਉਣ ਵਾਸਤੇ ਨਹੀਂ, ਥੱਲੇ ਧਰਤੀ ਤੇ ਮਿੱਟੀ ਦੇ ਉੱਪਰ ਮਹਾਰਾਜ ਲੰਮੇ ਪਏ ਹੋਏ। ਐਸੀ ਮੁਸੀਬਤ ਹੈ, ਐਸਾ ਸੰਕਟ ਤੇ ਦੁੱਖ ਹੈ, ਫਿਰ ਵੀ ਆਖਦੇ ਪਏ ਸ਼ੁਕਰ ਹੈ ਪਰਮਾਤਮਾ ਤੇਰਾ। ਤੇ ਸਾਨੂੰ ਤੇ ਗੁਰਮੁਖੋ ਇੰਨੇ ਸੰਕਟ ਤੇ ਮਹਾਰਾਜ ਕਿਰਪਾ ਕਰਦਾ ਵੀ ਸਾਨੂੰ ਪੈਣ ਹੀ ਨਹੀਂ ਦਿੰਦਾ। ਕੋਈ ਨਿੱਕੀ ਮੋਟੀ ਮੁਸੀਬਤ ਆ ਗਈ ਹੈ, ਆਪ ਤੇ ਮਰ ਜਾਂਦੇ ਆ, ਜਿਹੜੇ ਪਿੱਛੇ ਨੇ ਉਹਨਾਂ ਨੂੰ ਮਾਰ ਜਾਂਦੇ ਆ। ਉਹ ਸਾਰੀ ਉਮਰ ਯਾਦ ਕਰਦੇ ਰਹਿੰਦੇ, ਦੁੱਖ ਦੇ ਵਿੱਚ ਹਰ ਵੇਲੇ ਰੋਂਦੇ ਰਹਿੰਦੇ, ਰੋ ਰੋ ਕੇ ਮਾਂ-ਬਾਪ ਵੀ ਵਿਚਾਰੇ ਦੁਨੀਆ ਤੋਂ ਚਲੇ ਜਾਂਦੇ ਕਿ ਸਾਡਾ ਇਹ ਪੁੱਤਰ ਹੈ। ਕਿਉਂਕਿ ਸਮਾਂ ਹੀ ਗੁਰਮੁਖੋ ਇਹੋ ਜਿਹਾ ਬਣ ਗਿਆ, ਸਾਡੇ ਉੱਪਰ ਪ੍ਰਚਾਰ ਇੰਨਾ ਕੀਤਾ ਜਾ ਰਿਹਾ ਹੈ ਕਿ ਸਾਡੇ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਹੈ ਵੀ ਸੰਤਾਨ ਤੇ ਪੁੱਤਰ ਇੱਕੋ ਹੀ ਹੋਣਾ ਚਾਹੀਦਾ, ਉਹਨੂੰ ਅਸੀਂ ਕਾਬਲ ਬਣਾ ਲਵਾਂਗੇ। ਪਰ ਜਿਹੋ ਜਿਹਾ ਸਮਾਂ ਚੱਲਦਾ ਪਿਆ ਨਾ, ਤੁਹਾਡੀ ਜਿਵੇਂ ਗਿਣਤੀ ਘਟਦੀ ਪਈ ਹੈ ਨਾ, ਇੱਕ ਦਿਨ ਸਮਾਂ ਐਸਾ ਆਉਣਾ ਹੈ ਜਿਹੜੇ ਇੱਕ ਨੂੰ ਤੁਸੀਂ ਲੈ ਕੇ ਬੈਠੇ ਜੇ, ਇੱਕ ਵੀ ਬਚਾਉਣਾ ਔਖਾ ਹੋ ਜਾਣਾ। ਇੱਕ ਨੂੰ ਬਚਾਉਣ ਵਾਸਤੇ ਜੇ ਤੁਹਾਡੇ ਕੋਲ 2 ਜਾਂ 3 ਹੋਣਗੇ ਨਾ, ਤੁਹਾਡਾ ਇੱਕ ਵੀ ਤਾਂ ਬਚਣਾ ਹੈ, ਕਿਉਂਕਿ ਤੁਹਾਡੀ ਗਿਣਤੀ ਹੋਵੇਗੀ, ਤੁਹਾਡੇ ਕੋਲ ਬੰਦੇ ਹੋਣਗੇ ਤਾਂ ਤੁਹਾਡਾ ਉਹ ਇੱਕ ਵੀ ਬਚਣਾ ਹੈ। ਪਰ ਜੇ ਅਸੀਂ ਗਿਣਤੀ ਘਟਾ ਲਈ, ਘਟ ਹੀ ਗਈ, ਘਟਾ ਕੀ ਲਈ ਹੈ, ਸਾਡਾ ਇੱਕ ਵੀ ਬਚਾਉਣਾ ਸਾਨੂੰ ਔਖਾ ਹੋ ਜਾਵੇਗਾ। ਕੋਈ ਤੇ ਨਸ਼ੇ ਵਿੱਚ ਲੱਗ ਗਏ ਨੇ, ਕੁਝ ਐਸੇ ਨੇ ਜਿਹੜੇ ਬਾਹਰ ਚਲੇ ਗਏ ਨੇ, ਤੇ ਕੁਝ ਐਸੇ ਨੇ ਜਿਹੜੇ ਇੰਨੇ ਲਾਡਲੇ ਕਰ ਲੈ, ਉਹ ਮਾਂ-ਬਾਪ ਨੂੰ ਕਹਿੰਦੇ ਵੀ ਆਹ ਸਾਡੀ ਸ਼ਰਤ ਪੂਰੀ ਕਰਨੀ ਤੇ ਅਸੀਂ ਮਰਨ ਲੱਗੇ ਹਾਂ। ਹੁਣ ਮਾਂ-ਬਾਪ ਫਸ ਗਿਆ, ਪੁੱਤਰ ਇੱਕ ਹੈ, ਬੱਚਾ ਇੱਕ ਹੈ, ਸ਼ਰਤ ਪੂਰੀ ਨਹੀਂ ਕਰਦੇ ਤੇ ਉਹ ਕਹਿੰਦਾ ਮਰਨ ਲੱਗਾ। ਸ਼ਰਤ ਪੂਰੀ ਕਰਦੇ ਤੇ ਆਪਦੇ ਕੋਲ ਕੱਖ ਨਹੀਂ ਰਹਿੰਦਾ। ਘਰਾਂ ਵਰਗੇ ਘਰ ਨੇ, ਬੜੇ ਬੜੇ ਖਰਚੇ, ਬੜੀ ਮਹਿੰਗਾਈ ਹੈ। ਪਰ ਜੇ ਉਹਦੀ ਥਾਂ ਤੇ 2-3 ਬੱਚੇ ਹੋਣ ਤੇ ਪਹਿਲੀ ਤੇ ਗੱਲ ਹੈ, ਬੱਚਾ ਇੰਨਾ ਹਿਆ ਹੀ ਨਹੀਂ ਕਰਦਾ ਵੀ ਮੈਂ ਮਰਨ ਲੱਗਾ। ਤੇ ਜੇ ਕਰੇ ਵੀ ਤੇ ਉਹਨੂੰ ਆ ਚੱਲ ਭਾਈ ਮਗਰ 2 ਹੈਗੇ ਨੇ, ਤੂੰ ਪਹਿਲਾਂ ਇਹ ਸ਼ੌਂਕ ਪੂਰਾ ਕਰਿਆ, ਤੇ ਉਹ ਵੀ ਫਿਰ ਇਹ ਕੰਮ ਕਰਨ ਤੋਂ ਹਟ ਜਾਏਗਾ। ਇੱਕ ਤੇ ਉਹਦੇ ਵਾਸਤੇ ਅਸੀਂ ਸੋਚਿਆ ਵੀ ਇਹਦੀ ਜਾਇਦਾਦ ਨਾ ਵੰਡੀ ਜਾਵੇ, ਤੇ ਦੂਜਾ ਉਹ ਧਮਕੀ ਦਿੰਦਾ ਵੀ ਮੈਂ ਆਹ ਕੰਮ ਕਰਾਂਗਾ। ਤੀਜਾ ਇਹ ਹੈ, ਅੱਜ ਕੱਲ੍ਹ ਗੁਰਮੁਖੋ ਲੋਕਤੰਤਰ ਹੈ, ਵੋਟਾਂ ਦਾ ਰਾਜ ਹੈ, ਜਿੰਨੀਆਂ ਵੋਟਾਂ ਜ਼ਿਆਦੀਆਂ ਉਹਦੀ ਗੱਲ ਮੰਨੀ ਜਾਏਗੀ, ਉਹਦੀ ਗੱਲ ਸੁਣ। ਜਿਹਦੀਆਂ ਵੋਟਾਂ ਘੱਟ ਨੇ ਉਹਨੂੰ ਘਰੇ ਵੀ ਆ ਕੇ ਕੁੱਟ ਮਾਰ ਗਿਆ, ਕੋਈ ਨਹੀਂ ਕਿਸੇ ਨੂੰ ਪੁੱਛਦਾ। ਥਾਣੇ ਵਿੱਚ ਜਾ ਕੇ FIR ਦਰਜ ਕਰਵਾਉਣੀ ਔਖੀ ਹੋ ਜਾਂਦੀ ਹੈ, ਉਹ ਵੀ ਬੰਦੇ 4 ਹੁੰਦੇ ਤਾਂ ਹੁੰਦੀ ਹੈ, ਨਹੀਂ ਤੇ ਨਹੀਂ ਹੁੰਦੀ ਹੈ। ਇਸ ਕਰਕੇ ਬਚਨ ਇਹ ਹੈ, ਅਸੀਂ ਸੋਚਦੇ ਹਾਂ ਵੀ ਸੰਤਾਨ ਇੱਕ ਹੋਵੇ, ਉਹਨੂੰ ਅਸੀਂ ਕਾਬਲ ਬਣਾ ਲਈਏ। ਪਰ ਕਾਬਲ ਵੀ ਤਾਂ ਬਣਾਵੋਗੇ ਜੇ ਜ਼ੋਰ ਹੋਵੇਗਾ, ਨਹੀਂ ਤੇ ਇੱਕ ਨੂੰ ਸਾਂਭਦਿਆਂ ਸਾਂਭਦਿਆਂ ਆਪਣੇ ਪਰਾਂ ਥੱਲੇ ਲੈਂਦਿਆਂ ਲੈਂਦਿਆਂ ਇੰਨੇ ਡਰ ਜਾਵਾਂਗੇ, ਕੁਝ ਨਹੀਂ ਮਿਲੇਗਾ, ਕੁਝ ਪ੍ਰਾਪਤ ਨਹੀਂ ਹੋਵੇਗਾ। ਗੁਰੂ ਪਾਤਸ਼ਾਹ ਦਾ ਜੀਵਨ ਪੜ੍ਹ ਕੇ ਵੇਖੋ, ਮਹਾਰਾਜ ਸਾਹਿਬ ਜੀਆਂ ਦੇ 4 ਬੱਚੇ ਨੇ, ਗੁਰੂ ਅੰਗਦ ਸਾਹਿਬ ਦੀਆਂ। ਗੁਰੂ ਅਮਰਦਾਸ ਪਾਤਸ਼ਾਹ ਦੇ ਵੀ 4 ਹੀ ਸੰਤਾਨ ਨੇ। ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਦੇ ਕਿੰਨੇ ਬੱਚੇ ਨੇ? 5 ਪੁੱਤਰ ਤੇ 1 ਧੀ ਹੈ। ਸੋ ਇਸ ਤਰ੍ਹਾਂ ਇਹ ਗੁਰੂ ਪਾਤਸ਼ਾਹ ਦਾ ਇਤਿਹਾਸ ਹੈ। ਅਸੀਂ ਰਿਜ਼ਕ ਨੂੰ, ਰੋਟੀ ਨੂੰ, ਕਰਮਾਂ ਨੂੰ ਆਪਣੇ ਹੱਥ ਵਿੱਚ ਹੀ ਰੱਖ ਕੇ ਬੈਠ ਗਏ ਵੀ ਸ਼ਾਇਦ ਮੈਂ ਹੀ ਕਰਾਂਗਾ ਤੇ ਤਾਂ ਹੋਵੇਗਾ। ਪਰਮਾਤਮਾ ਨੇ ਜਿਹਨੂੰ ਜਨਮ ਦੇਣਾ ਉਹਨੇ ਭਵਿੱਖ ਪਹਿਲਾਂ ਲਿਖਿਆ ਹੈ, ਉਹਦੇ ਕਰਮ ਉਹਨੇ ਪਹਿਲਾਂ ਲਿਖੇ ਨੇ। ਰਜਨੀ ਨੂੰ ਵੀ ਤੇ ਆਖਿਆ ਸੀ ਨਾ ਦੁਨੀ ਚੰਦ ਰਾਜੇ ਨੇ, ਮੈਂ ਤੈਨੂੰ ਕੋੜੇ ਨਾਲ ਵਿਆਹ ਦਿਆਂਗਾ, ਫਿਰ ਵੇਖਾਂਗਾ ਤੈਨੂੰ ਕੌਣ ਪਾਲਦਾ ਹੈ। ਰਜਨੀ ਦੇ ਪਤੀ ਕੋੜੇ ਦਾ ਰੋਗ ਵੀ ਠੀਕ ਹੋਇਆ ਤੇ ਪੱਟੀ ਦਾ ਰਾਜ ਭਾਗ ਉਸੇ ਦੁਨੀ ਚੰਦ ਨੂੰ, ਉਸੇ ਰਜਨੀ ਦੇ ਪਤੀ ਨੂੰ ਦੇਣਾ ਪਿਆ। ਉਹ ਪੱਟੀ ਦਾ ਰਾਜਾ ਬਣ ਗਿਆ, ਜਿਹਨੂੰ ਕੋੜਾ ਪਿੰਗਲਾ ਸਮਝ ਕੇ ਆਪਣੀ ਧੀ ਦੇ ਦਿੱਤੀ। ਅਸੀਂ ਸਮਝਦੇ ਹਾਂ ਵੀ ਇਹ ਸਭ ਕੁਝ ਸਾਡੇ ਹੱਥ ਵਿੱਚ ਹੈ, ਪਰ ਹੈ ਗੁਰਮੁਖੋ ਪਰਮਾਤਮਾ ਦੇ ਹੱਥ ਵਿੱਚ ਹੈ। ਇੰਨਾ ਕਦੇ ਕੰਮ ਦਿਲੇ ਨਹੀਂ ਹੋਣਾ ਚਾਹੀਦਾ ਵੀ ਸਾਡੀਆਂ ਸੋਚਾਂ ਛੋਟੀਆਂ ਹੋ ਜਾਣ। ਸੋਸ਼ਲ ਮੀਡੀਆ ਤੇ ਸਰਕਾਰ ਵੱਲੋਂ ਬੜਾ ਪ੍ਰਚਾਰ ਹੋ ਰਿਹਾ, ਜੇ ਕੋਈ ਖਾਦ ਦਾ ਬੁਰਾ ਲੈ ਕੇ ਆਉਂਦਾ ਨਾ, ਉਹਦੇ ਉੱਪਰ ਵੀ ਲਿਖਿਆ ਹੁੰਦਾ। ਜੇ ਕੋਈ ਦਵਾਈ ਬੂਟੀ ਲੈ ਕੇ ਆਉਂਦਾ, ਥਾਵਾਂ ਥਾਵਾਂ ਤੇ ਇਸ਼ਤਿਹਾਰ ਲਾ ਲਾ ਵੀ ਬੱਚਾ 1 ਜਾਂ 2 ਹੀ ਹੋਣੇ ਚਾਹੀਦੇ।
ਤੇ ਦੂਸਰੇ ਪਾਸੇ ਦੂਜਿਆਂ ਨੂੰ ਵੇਖ ਲਓ, 5-5 7-7 ਜਵਾਕ ਨੇ, ਭਾਵੇਂ ਉਹ ਸੜਕ ਤੇ ਖੇਡਦੇ ਫਿਰ, ਜਿੱਧਰ ਮਰਜ਼ੀ ਤੁਰੇ ਫਿਰਨ, ਫਿਕਰ ਹੀ ਕੋਈ ਨਹੀਂ ਉਹਨਾਂ ਨੂੰ। ਤੇ ਸਾਡੇ ਕੋਲ ਇੱਕ ਹੁੰਦਾ, ਸਾਨੂੰ ਡਰ ਹੁੰਦਾ ਵੀ ਕਿਤੇ ਦਰਵਾਜ਼ਾ ਖੋਲ੍ਹ ਕੇ ਬਾਹਰ ਹੀ ਨਾ ਨਿਕਲ ਜਾਵੇ। ਸੋ ਐਸੀ ਹਾਲਤ ਬਣ ਗਈ ਹੈ। ਰੋ ਵਿਚਾਰ ਮਹਾਰਾਜ ਸਾਹਿਬ ਜੀ ਇੱਥੇ ਭਜਨ ਕਰਦੇ ਪਏ। ਸੋ ਇਹ ਐਸਾ ਸੰਕਟ ਪੈ ਗਿਆ ਹੈ ਗੁਰਮੁਖੋ, ਪਰ ਸੰਕਟ ਪੈਣ ਦੇ ਬਾਵਜੂਦ ਵੀ ਸਤਿਗੁਰੂ ਸ਼ੁਕਰਾਨਾ ਕਰਦੇ ਪਏ। ਅਸੀਂ ਸੰਕਟ ਵਿੱਚ, ਦੁੱਖ ਦੇ ਵਿੱਚ ਪੈ ਜਾਈਦਾ। ਸਤਿਗੁਰੂ ਅੱਗੇ ਕਿਹੜੇ ਕਿਹੜੇ ਬਚਨ ਇਹਨਾਂ ਸਿੱਖਾਂ ਨਾਲ ਕਰਦੇ, ਔਰ ਸਿੱਖ ਕੀ ਕਰਦੇ, ਇਹ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨਾ ਛੂਟਿਆ, ਬਖਸ਼ਣਹਾਰ ਲੋੜ ਹੀ ਨਹੀਂ ਕਰ ਲਈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਸਾਹਿਬ ਜੀ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧਿ ਆਵੇ, ਏਕ ਅਖਰ ਹਰ ਮਨ ਵਸਤੁ, ਨਾਨਕ ਹੋਤ ਨਿਹਾਲ। ਕੁਰਬਾਨ ਜਾਈ ਉਸ ਵੇਲਾ ਸੁਹਾਗੀ, ਜਿਤ ਤੁਮਰੈ ਦੁਆਰੇ ਆਇਆ।